ਇਹ ਜਿਹੜਾ ਹੁਣ ਬੀਜੇਪੀ 'ਚ ਗਿਆ ਇਹਦੀ ਅਸਲ ਵਜ੍ਹਾ ਹੈਗੀ ਕਿ ਜਿਹੜੀਆਂ ਇਸਨੇ ਕਰਪਸ਼ਨ ਕੀਤੀਆਂ ਹੋਈਆਂ ਦਿੱਲੀ ਕਮੇਟੀ ਦੇ ਵਿੱਚ ਔਰ ਬਾਹਰਲੇ ਲੋਕਾਂ ਨਾਲ ਜੋ ਠੱਗੀਆਂ ਕੀਤੀਆਂ ਹੋਈਆਂ ਉਹ ਇਤਨੀਆਂ ਵੱਡੀਆਂ ਠੱਗੀਆਂ ਕਿ ਇਸ ਨੂੰ ਸਾਹਮਣੇ ਨਜ਼ਰ ਆ ਰਿਹਾ ਸੀ ਕਿ ਮੈਂ ਹੁਣ ਕਿਸੇ ਵਕਤ ਵੀ ਅੰਦਰ ਹੋ ਸਕਦਾ ਔਰ ਇਹ ਦੰਨ ਕਥਾ ਸੀ ਅਫਸਰਾਂ ਵਿੱਚ ਵੀ ਲੋਕਾਂ ਵਿੱਚ ਵੀ ਇਹਦੇ ਕਰੀਬੀਆਂ ਵਿੱਚ ਵੀ ਇਹ ਕਿਸੇ ਵਕਤ ਵੀ ਗ੍ਰਿਫਤਾਰ ਹੋ ਸਕਦਾ ਔਰ ਈਡੀ ਦੀ ਗ੍ਰਿਫਤਾਰੀ ਦਾ ਮਤਲਬ ਹੈਗਾ ਕਿ ਜਦ ਇਨਫੋਰਸਮੈਂਟ ਗ੍ਰਿਫਤਾਰੀ ਕਰਦੀ ਹੈ ਤੇ ਉਹਨਾਂ ਨੂੰ ਤਾਂ 6 ਮਹੀਨੇ ਲੱਗ ਜਾਂਦੇ ਨੇ ਬਾਹਰ ਆਉਂਦਿਆਂ ਇਸਨੇ ਕੋਟੇ ਟੇਕ ਕੇ ਵੀ ਜੋ ਮਾਈ ਬਾਪ ਤੁਸੀਂ ਮਨ ਕਹੋਗੇ ਮੈਂ ਕਰਾਂਗਾ ਮੇਰੀ ਜਾਨ ਛੱਡ ਦਿਓ ਮੈਨੂੰ ਗ੍ਰਿਫਤਾਰ ਨਾ ਕਰੋ। ਜਦ ਅੰਗਰੇਜ਼ ਇੱਕ ਖੱਚਰ ਖਰੀਦਦੇ ਸਨ ਤੇ ਉਹਦੀਆਂ 3 ਪੁਸ਼ਤਾਂ ਵੇਖਦੇ ਸਨ ਵੀ ਕਿਸੇ ਦਾ ਮਾਂ ਪਿਓ ਚੜਨ ਲੱਗਿਆ ਕਿਸੇ ਅੜੇ ਤੇ ਨਹੀਂ ਕੋਈ ਡਿੱਗੀ ਤੇ ਨਹੀਂ ਤੇ ਬਾਦਲਾਂ ਨੂੰ ਪੁੱਛੋ ਇਹਨੂੰ ਅਕਾਲੀ ਦਲ ਚ ਭਰਤੀ ਕਰਨ ਤੋਂ ਪਹਿਲਾਂ ਇਹਦਾ ਪਿਛੋਕੜ ਵੇਖਿਆ ਜੇ ਵੀ ਇਹਦਾ ਪਿਓ ਕੌਣ ਸੀ ਫਲਾਣ ਕੌਣ ਸੀ ਪਿਓ ਨਿਰੰਕਾਰੀ ਪਲੱਸ ਕਾਂਗਰਸੀ ਤੇ ਤੁਸੀਂ ਉਹਨੂੰ ਲੈ ਰਹੇ ਹੋ। ਪਰ ਗੱਲ ਤੇ ਹੈਗੀ ਵੀ ਬਾਦਲਾਂ ਨੇ ਅਕਾਲੀ ਦਲ ਨੂੰ ਬਣਾ ਕੇ ਦਿੱਤਾ ਅਕਾਲੀ ਦਲ ਨੂੰ ਕਿਹਨਾਂ ਦੇ ਹਵਾਲੇ ਕਰ ਰਿਹਾ ਹੈ ਜਿਨ੍ਹਾਂ ਦੇ ਪੱਲੇ ਬਾਣੀ ਨਹੀਂ ਹੈ ਬਾਣਾ ਨਹੀਂ ਹੈ ਧਰਮ ਨਹੀਂ ਹੈ ਇਮਾਨ ਨਹੀਂ ਹੈ। ਇਹ ਤੇ ਅੱਜ ਕੱਲ ਮੁਸਲਿਮ ਲੀਗ ਨਹੀਂ ਹੈਗੀ ਨਹੀਂ ਤੇ ਇਹ ਓਵਾਸੀ ਦੀ ਪਾਰਟੀ ਨੂੰ ਜੁਆਇਨ ਕਰਨ ਤੋਂ ਗਰੇਜ ਨਾ ਕਰੇ ਜੇ ਉਸ ਨੂੰ ਵੱਧ ਆਫਰ ਕਰ ਦੇਵੇ। ਉਹ ਕਰਮ ਕਰਨ ਹੈ ਚੋਰੀਆਂ ਮਾਰਨ ਹੈ ਡਕੈਤੀਆਂ ਮਾਰਨ ਹੈ ਸਰਕਾਰ ਨੂੰ ਲੁੱਟਣ ਹੈ ਗਰੀਬ ਗਰੀਬੇ ਬੰਦਿਆਂ ਨੂੰ ਲੁੱਟਣ ਹੈ ਵਿਧਵਾਵਾਂ ਦੀਆਂ ਜ਼ਮੀਨਾਂ ਨੂੰ ਹੜਪਣ ਹੈ ਤੇ ਕਸੂਰਵਾਰ ਅਸੀਂ ਵੱਡੇ ਬੱਲੇ ਜਥੇਦਾਰ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ। ਇਹ ਸਰਸਾ ਤੇ ਨੰਗਾ ਹੋ ਗਿਆ ਤੇ ਇਹ ਸਰਸੇ ਨੰਗੇ ਹੋਣੇ ਨਾਲੇ ਇਹ ਸਾਰੇ ਇਸ ਵਕਤ ਬਾਦਲ ਦਲ ਵਿੱਚ ਸਰਸੇ ਹੀ ਹੈਗੇ ਕੋਈ ਕਾਲੀ ਨਹੀਂ ਹੈ। ਮੈਨੂੰ ਇੱਕ ਦੱਸ ਦੇਣ ਸ਼ਾਇਦ ਇਹਦੇ ਕਈ ਇਹਦੇ ਸਾਥੀ ਨਿਕਲਣਗੇ ਕਈ ਇਹਦੇ ਪਿਓ ਨਿਕਲਣਗੇ। ਸਾਡੀ ਪਾਰਟੀ ਹੀ ਹੈ ਪੰਥਕ ਪਾਰਟੀ ਕਲੇਮ ਕਰਦੇ ਸੁਖਬੀਰ ਬਾਦਲ ਹਰ ਸਭਾ 'ਚ ਗੱਲ ਕਹਿੰਦੇ ਆ ਹਰ ਸਪੀਚ 'ਚ ਗੱਲ ਕਹਿੰਦੇ ਸਾਡੀ ਹੀ ਪਾਰਟੀ ਉਹ ਤਾਂ ਕਲੇਮ ਕਰਦੇ ਇਸ ਚੀਜ਼ ਸਰਸਾ ਝੂਠ ਔਰ ਕਪਟ ਬੋਲਣ ਚ ਮਾਹਿਰ ਹੈ ਨਾ ਇਸੇ ਤਰ੍ਹਾਂ ਸੁਖਬੀਰ ਤੇ ਉਹਦਾ ਪ੍ਰਧਾਨ ਹੈ ਉਹਦਾ ਵੀ ਵਡੇਰਾ ਖਾਲੀ ਇਸਨੇ ਗੈਰ ਤਰੀਕੇ ਨਾਲ ਧੰਦਾ ਹੀ ਨਹੀਂ ਕੀਤਾ। ਪਿਛਲੇ ਤਕਰੀਬਨ ਪੌਣੇ 9 ਸਾਲ ਦੇ ਵਿੱਚ ਬਤੌਰ ਜਨਰਲ ਸਕੱਤਰ ਔਰ ਬਤੌਰ ਪ੍ਰਧਾਨ ਜਿਹੜੀ ਇਸਨੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਪ੍ਰਬੰਧ ਕੀਤਾ ਹੈ ਉਹਦੇ ਵਿੱਚ ਇਸਨੇ ਗੁਰਦੁਆਰਾ ਨਿਜ਼ਾਮ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਪਰ ਮੈਂ ਦਾਅਵੇ ਨਾਲ ਕਰਦਾ ਜੇ ਇਹਦੇ ਚ ਹਿੰਮਤ ਹੈ ਤੇ ਟੀਵੀ ਚੈਨਲ ਦੇ ਉੱਤੇ ਆ ਕੇ ਜਾਂ ਤੁਹਾਡੇ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਅਸੀਂ ਆ ਜਾਵਾਂਗੇ ਸਾਡੇ ਸਾਹਮਣੇ ਕਰਕੇ ਦੱਸੇ ਫਿਰ ਉਹਦੇ ਸਾਹਮਣੇ ਉਹਦੇ ਪਰਚੇ ਲਾਵਾਂਗੇ। ਨਹੀਂ ਕਹਿ ਰਹੇ ਜੀ ਇਹਨਾਂ ਨੇ ਕਿਸਾਨ ਅੰਦੋਲਨ 'ਚ ਬੜੀ ਆਵਾਜ਼ ਚੁੱਕੀ ਹੈ ਇਹ ਬੜਾ ਭਾਰੀ ਬੇਈਮਾਨ ਆਦਮੀ ਹੈ ਬੜਾ ਠੱਗ ਹੈਗਾ ਠੱਗੀ ਦੀ ਨਸ ਨਸ ਬੜੀ ਹੋਈ ਹੈ। ਉਸ ਵਕਤ ਇਹਨੇ ਕਿਸਾਨਾਂ ਦਾ ਮਸਲਾ ਤਾਂ ਚੁੱਕਿਆ ਤਾਂ ਕਿ ਸਾਡੀਆਂ ਚੋਣਾਂ ਸਿਰ ਤੇ ਸਨ ਇਹਦੇ ਕੋਲ ਆਪਣੀ ਗੱਲ ਕਹਿਣ ਵਾਸਤੇ ਕੋਈ ਮਸਲਾ ਹੀ ਨਹੀਂ ਸੀ। ਇਹ ਕਿਸਾਨਾਂ ਦਾ ਮਸਲਾ ਲੈ ਕੇ ਤੇ ਆਪਣਾ ਪੈਸੇ ਉਜਾੜ ਕੇ ਤੇ ਉਹਦਾ ਨਾਂ ਕੀ ਹੀਰੋ ਬਣਨ ਦੀ ਕੋਸ਼ਿਸ਼ ਕਰਦਾ ਰਿਹਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। ਮਨਜਿੰਦਰ ਸਿੰਘ ਸਰਸਾ ਅਕਾਲੀ ਦਲ ਛੱਡ ਕੇ ਤੇ ਨਾਲ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਛੱਡ ਕੇ ਬੀਜੇਪੀ ਸ਼ਾਮਲ ਹੋ ਗਏ। ਉਹਨਾਂ ਦੇ ਆਪਣੇ ਸਾਥੀ ਵੀ ਨਿਸ਼ਾਨੇ ਸਾਧ ਰਹੇ ਨੇ ਤੇ ਉਹਨਾਂ ਦੇ ਧੁਰ ਵਿਰੋਧੀ ਪਰਮਜੀਤ ਸਿੰਘ ਸਰਨਾ ਸਾਡੇ ਨਾਲ ਮੌਜੂਦ ਨੇ। ਗੱਲਬਾਤ ਕਰਦੇ ਆ। ਸਰਨਾ ਹੁਣ ਪਰਿਵਾਰ ਜਾਂ ਸਰਨਾ ਬ੍ਰਦਰਸ ਕੀ ਸੋਚਦੇ ਨੇ ਕਿਉਂਕਿ ਸਰਨਾ ਭਰਾਵਾਂ ਨੇ ਡਟ ਕੇ ਮੁਖਾਲਫਤ ਕੀਤੀ ਔਰ ਭਾਵੇਂ ਦਿੱਲੀ ਕਮੇਟੀ ਦੇ ਚੋਣ ਹੋਣੀਆਂ ਮਨਜਿੰਦਰ ਸਿੰਘ ਸਿਰਸਾ ਨੂੰ ਲੈ ਕੇ ਲਗਾਤਾਰ ਇਹਨਾਂ ਨੇ ਆਪਣਾ ਫਰੰਟ ਖੋਲ ਕੇ ਰੱਖਿਆ। ਸਰਨਾ ਸਾਹਿਬ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸ ਤਰ੍ਹਾਂ ਦੇਖਦੇ ਹੋ ਮਨਜਿੰਦਰ ਸਿੰਘ ਸਿਰਸਾ ਧੁਰ ਵਿਰੋਧੀ ਨੇ ਲੰਬੇ ਸਮੇਂ ਤੋਂ ਤੁਸੀਂ ਇੱਕ ਦੂਸਰੇ ਦੇ ਧੁਰ ਵਿਰੋਧੀ ਹੋ ਕਿਸ ਤਰ੍ਹਾਂ ਦੇਖਦੇ ਹੋ ਅਕਾਲੀ ਦਲ ਛੱਡ ਕੇ ਬੀਜੇਪੀ ਸ਼ਾਮਲ ਹੋ ਗਏ ਨੇ ਉਹ? ਦੇਖੋ ਗੱਲ ਹੈਗੀ ਜੀ ਕਿ ਜਾਤੀ ਤੌਰ ਦੇ ਉੱਤੇ ਮੇਰਾ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਹੈਗਾ। ਇਹ ਤੇ ਚਲੋ ਮੇਰੇ ਇਲਾਕੇ 'ਚ ਹੀ ਰਹਿੰਦਾ ਪਰ ਮੈਂ ਇਸ ਨੂੰ ਬਹੁਤ ਅਰਸੇ ਤੋਂ ਜਾਣਦਾ ਔਰ ਇਹਦਾ ਕਿਰਦਾਰ ਜਿਹੜਾ ਹੈਗਾ ਉਹ ਮੇਰੀਆਂ ਦੇ ਅੱਖਾਂ ਦੇ ਸਾਹਮਣੇ ਹੈਗਾ। ਇਹ ਗੱਲ ਮੈਂ ਕਈ ਵਾਰ ਕਹੀ ਹੈ ਕਿ ਇੱਕ ਬੰਦਾ ਜਿਹੜਾ ਪੰਜਾਬੀ ਬਾਗ ਦੀ ਤੀਸਰੀ ਛੱਤ ਦੀ ਇੱਕ ਬਰਸਾਤੀ ਦੇ ਵਿੱਚ ਰਹਿੰਦਾ ਸੀ ਅੱਜ ਉਹ ਇਤਨੀ ਵੱਡੀ ਕੋਠੀਆਂ ਦਾ ਮਾਲਕ ਕਿਵੇਂ ਹੋ ਗਿਆ ਪੈਸੇ ਕਿੱਥੋਂ ਆ ਗਏ ਤੇ ਇਲੀਗਲ ਕੰਮ ਸਾਰੇ ਕਰਦਾ ਸੀ। ਸਾਰੇ ਮਜੀਠੇ ਦੀ ਜਿਹੜੀ ਡਿਸਟ੍ਰੀਬਿਊਸ਼ਨ ਸੀ ਦਿੱਲੀ ਦੀ ਉਹ ਸਾਰੀ ਇਹਦੇ ਕੋਲ ਸੀ। ਇਹੋ ਜਿਹਾ ਬੰਦਾ ਗੁਰਦੁਆਰਾ ਨਿਜ਼ਾਮ ਵਿੱਚ ਨਹੀਂ ਚਾਹੀਦਾ ਇਹ ਸਾਡੀ ਸੋਚ ਹੈਗੀ। ਔਰ ਖਾਲੀ ਇਸਨੇ ਗੈਰ ਤਰੀਕੇ ਨਾਲ ਧੰਦਾ ਹੀ ਨਹੀਂ ਕੀਤਾ। ਪਿਛਲੇ ਤਕਰੀਬਨ ਪੌਣੇ 9 ਸਾਲ ਦੇ ਵਿੱਚ ਬਤੌਰ ਜਨਰਲ ਸਕੱਤਰ ਔਰ ਬਤੌਰ ਪ੍ਰਧਾਨ ਜਿਹੜੀ ਇਸਨੇ ਗੁਰਦੁਆਰਾ ਪ੍ਰਬੰਧ ਦੇ ਵਿੱਚ ਪ੍ਰਬੰਧ ਕੀਤਾ ਹੈ ਉਹਦੇ ਵਿੱਚ ਇਸਨੇ
ਗੁਰਦੁਆਰਾ ਨਿਜ਼ਾਮ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇਹ ਜਿਹੜੇ ਸਕੂਲ ਕਾਲਜ ਬਣੇ ਸਨ, ਇਹ ਦਿੱਲੀ ਦੇ ਸਿੱਖਾਂ ਦੀ ਸਨ 50 ਤੋਂ ਸ਼ੁਰੂਆਤ ਹੋਈ ਸੀ। ਉਹ 2012 ਤੱਕ ਨਿਰੰਤਰ ਸਕੂਲ ਕਾਲਜ ਜਿਹੜੇ ਸਨ ਬਣਦੇ ਰਹੇ ਸਨ। ਇਸ ਨੇ ਪਿਛਲੇ 8 ਸਾਲਾਂ ਦੇ ਵਿੱਚ ਤਬਾਹੀ ਲਿਆ ਕੇ ਰੱਖ ਦਿੱਤੀ। 4 ਡਿਗਰੀ ਕਾਲਜ ਇਸ ਤਰ੍ਹਾਂ ਦੇ ਬੱਚੇ ਨੇ ਕਿ ਉਹ ਗਵਰਨਮੈਂਟ ਦੇ ਕੰਟਰੋਲ ਵਿੱਚ ਆ ਗਏ। ਬਾਕੀ ਸਾਰੇ ਇੰਸਟੀਚਿਊਸ਼ਨ ਫਨਾ ਹੋ ਗਏ, ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਜਿਹੜੇ ਇੰਸਟੀਚਿਊਸ਼ਨ ਦਿੱਲੀ ਕਮੇਟੀ ਨੂੰ ਘੱਟੋ ਘੱਟ 20-25 ਕਰੋੜ ਰੁਪਏ ਸਾਲਾਨਾ ਦੀ ਆਮਦਨ ਦਿੰਦੇ ਸਨ, ਅੱਜ ਉਹਨਾਂ ਕੋਲ ਆਪਣੀਆਂ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਰਹੇ। ਕਹਿੰਦੇ ਮੈਂ ਜਿੰਨਾ ਕੁਝ ਕੀਤਾ ਉਹਨਾਂ ਤੇ ਕਿਸੇ ਨੇ ਕੀਤਾ ਨਹੀਂ। ਹੁਣ ਤਾਂ ਕੋਈ ਜੀ ਗੱਲ ਹੈਗੀ ਜੀ ਬਈ ਬਿਹਤਰ ਹੀ ਹੈਗਾ। ਇਹ ਗੱਲਾਂ ਉਸ ਵਰਗਾ ਝੂਠ ਔਰ ਕੁਫਰ ਸ਼ਾਇਦ ਕੋਈ ਨਹੀਂ ਬੋਲ ਸਕਦਾ ਔਰ ਬੋਲਣ ਤੋਂ ਗੁਰੇਜ਼ ਨਹੀਂ ਕਰ ਸਕਦਾ। ਪਰ ਮੈਂ ਦਾਅਵੇ ਨਾਲ ਕਰਦਾ, ਜੇ ਇਹਦੇ 'ਚ ਹਿੰਮਤ ਹੈ ਤੇ ਟੀਵੀ ਚੈਨਲ ਦੇ ਉੱਤੇ ਆ ਕੇ ਜਾਂ ਤੁਹਾਡੇ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਅਸੀਂ ਆ ਜਾਵਾਂਗੇ, ਸਾਡੇ ਸਾਹਮਣੇ ਕਰਕੇ ਦੱਸੇ, ਫਿਰ ਉਹਦੇ ਸਾਹਮਣੇ ਉਹਦੇ ਪਰਚੇ ਲਾਵਾਂਗੇ। ਉਹਨੂੰ ਕਹੋ ਜੀ ਤੂੰ ਦੱਸ, ਜਿਹੜੇ ਸਕੂਲ ਸਾਡੇ 10 ਸਕੂਲਾਂ ਦੇ ਵਿੱਚ 54 ਕਰੋੜ ਰੁਪਏ ਦਾ ਸਰਪਲਸ ਸੀ, ਫਿਕਸ ਡਿਪਾਜ਼ਿਟ ਸੀ, ਅੱਜ ਉਹਨਾਂ ਦੀ ਕੀ ਹਾਲਤ ਹੈ? ਤੂੰ ਜਦ ਇਲੈਕਸ਼ਨ ਸੀ ਤਾਂ ਤੇ ਤੂੰ ਉਹਨਾਂ ਨੂੰ ਤਨਖਾਹਾਂ ਜਿਵੇਂ ਤਿਵੇਂ ਕਰਕੇ ਦੇ ਦਿੱਤੀਆਂ, ਉਸ ਤੋਂ ਬਾਅਦ 5-5 ਮਹੀਨੇ ਹੋ ਗਏ ਤਨਖਾਹਾਂ ਨਹੀਂ ਹੈਗੀਆਂ। ਜਿਹੜਾ ਦਿੱਲੀ ਕਮੇਟੀ ਦੇ ਉੱਤੇ ਕੇਸ ਹੋਇਆ ਹੈ, ਜਿਹੜਾ ਹਾਈ ਕੋਰਟ ਨੇ ਹੁਣ ਫੈਸਲਾ ਕੀਤਾ ਹੈ, ਉਹਦੇ 'ਚ ਮੈਂ ਮਨਜੀਤ ਸਿੰਘ ਨੂੰ ਪੁੱਛਿਆ ਵੀ ਮਨਜੀਤ ਸਿੰਘ ਦੱਸ ਕਿੰਨਾ ਕੁ ਨੁਕਸਾਨ ਹੋਏਗਾ ਦਿੱਲੀ ਕਮੇਟੀ ਦਾ? ਉਹ ਕਹਿੰਦਾ ਜੀ ਮੇਰਾ ਅੰਦਾਜ਼ਾ 200-250 ਕਰੋੜ ਰੁਪਇਆ ਦੇਣਾ ਪਏਗਾ। ਇਤਨੀ ਦੇਣਦਾਰੀ ਤਾਂ ਖਾਲੀ ਤੂੰ ਸਕੂਲਾਂ ਦੀ ਛੱਡ ਕੇ ਗਿਆ ਹੈ, ਬਾਕੀ ਕੋਈ ਗੱਲ ਰਹਿਣ ਦਿੱਤੀ ਹੈ? ਅੱਜ ਮੈਨੂੰ ਇਹ ਦੱਸੋ ਰਹਿਣ ਦਿੱਤੀ ਹੈ? ਤੂੰ ਪ੍ਰਧਾਨਗੀ ਦੀ ਚੋਣ ਜਿੱਤਿਆ, ਦਿੱਲੀ ਕਮੇਟੀ ਦੀ ਚੋਣ ਹੋਈ, ਤੂੰ ਹਾਰ ਗਿਆ, ਹਾਲੇ ਰਿਜ਼ਲਟ ਨਹੀਂ ਲਿਖਿਆ ਤੇ ਤੂੰ ਸੁਖਬੀਰ ਕੋਲੋਂ ਆਪਣੀ ਨਾਮੀਨੇਸ਼ਨ ਸੋਨੂ ਬੇਟੀ ਤੋਂ ਲੈ ਲਈ। ਕਿਉਂ? ਉਹ ਗਲਤ। ਜਦ ਮੈਂ ਆਪਣੇ ਕੁਆਸ਼ਨ ਦੀ ਨਾਮੀਨੇਸ਼ਨ ਭਰਨ ਗਿਆ, ਮੇਰੇ ਕੋਲ ਟੈਸਟ ਲੈ ਗਏ ਉਹਨਾਂ ਨੇ, ਦਿੱਤੇ, ਮੈਂ ਕਿਹਾ ਕਰ ਲਓ। ਮੈਂ ਉੱਥੇ ਹੀ ਕਹਿਤਾ ਸੀ ਡਾਕਟਰ ਨੂੰ ਮੇਰੇ ਕੋਲ ਲੈ ਲੈ, ਜੇ ਇਹਦੇ ਕੋਲ ਲੇਗਾ ਫੇਲ ਹੋਏਗਾ ਹੀ, ਫੇਲ ਹੋ ਗਿਆ। ਤੂੰ ਕਰੋੜ ਰੁਪਇਆ ਸ਼੍ਰੋਮਣੀ ਕਮੇਟੀ ਦਾ ਤੇ ਕਰੋੜ ਰੁਪਏ ਤੋਂ ਉੱਪਰ ਦਿੱਲੀ ਕਮੇਟੀ ਦਾ ਲਾਤਾ ਆਪਣੀ ਮੈਂਬਰ ਨੂੰ ਬਚਾਉਣ ਦੇ ਲਈ। ਮੈਨੂੰ ਇੱਕ ਗੱਲ ਦੱਸੇ ਨਾ, ਇਸਨੇ ਕੀ ਕੀਤਾ ਹੈ? ਜਿਹੜਾ ਇਹ ਹੁਣ ਕਹਿ ਰਿਹਾ ਹੈ, ਕਈ ਕਹਿ ਰਹੇ ਜੀ ਇਹਨਾਂ ਨੇ ਕਿਸਾਨ ਅੰਦੋਲਨ 'ਚ ਬੜੀ ਆਵਾਜ਼ ਚੁੱਕੀ ਹੈ। ਇਹ ਬੜਾ ਭਾਰੀ ਬੇਈਮਾਨ ਆਦਮੀ ਹੈ, ਬੜਾ ਠੱਗ ਹੈਗਾ, ਠੱਗੀ ਦੀ ਨਸ ਨਸ ਬੜੀ ਹੋਈ ਹੈ। ਉਸ ਵਕਤ ਇਹਨੇ ਕਿਸਾਨਾਂ ਦਾ ਮਸਲਾ ਤਾਂ ਚੁੱਕਿਆ ਤਾਂ ਕਿ ਸਾਡੀਆਂ ਚੋਣਾਂ ਸਿਰ ਤੇ ਸਨ, ਇਹਦੇ ਕੋਲ ਆਪਣੀ ਗੱਲ ਕਹਿਣ ਵਾਸਤੇ ਕੋਈ ਮਸਲਾ ਹੀ ਨਹੀਂ ਸੀ। ਇਹ ਕਿਸਾਨਾਂ ਦਾ ਮਸਲਾ ਲੈ ਕੇ ਤੇ ਆਪਣਾ ਪੈਸੇ ਉਜਾੜ ਕੇ ਤੇ ਉਹਦਾ ਨਾਂ ਕੀ ਹੀਰੋ ਬਣਨ ਦੀ ਕੋਸ਼ਿਸ਼ ਕਰਦਾ ਰਿਹਾ। ਕਿਸਾਨ ਯੂਨੀਅਨਸ ਨੇ ਪ੍ਰੈਸ ਕਾਨਫਰੰਸਾਂ ਕਰਕੇ ਕਿਹਾ ਵੀ ਸਰਸੇ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਅਸੀਂ ਆਪਣੇ ਬੰਦਿਆਂ ਦੀਆਂ ਆਪ ਮੁਕੱਦਮੇ ਲੜ ਕੇ ਜ਼ਮਾਨਤਾਂ ਕਰਾਈਆਂ ਨੇ। ਉਹਦਾ ਵੀ ਕ੍ਰੈਡਿਟ ਲੈਣ ਲੱਗ ਪਿਆ। ਇਸ ਤੋਂ ਝੂਠਾ ਕੌਣ ਹੈ? ਇਹ ਜਿਹੜਾ ਹੁਣ ਬੀਜੇਪੀ 'ਚ ਗਿਆ, ਇਹਦੀ ਅਸਲ ਵਜ੍ਹਾ ਹੈਗੀ ਕਿ ਜਿਹੜੀਆਂ ਇਸ ਨੇ ਕਰਪਸ਼ਨ ਕੀਤੀਆਂ ਹੋਈਆਂ ਹੈ ਦਿੱਲੀ ਕਮੇਟੀ ਦੇ ਵਿੱਚ ਔਰ ਬਾਹਰਲੇ ਲੋਕਾਂ ਨਾਲ ਜੋ ਠੱਗੀਆਂ ਕੀਤੀਆਂ ਹੋਈਆਂ ਹੈ, ਉਹ ਇਤਨੀਆਂ ਵੱਡੀਆਂ ਠੱਗੀਆਂ ਕਿ ਇਸ ਨੂੰ ਸਾਹਮਣੇ ਨਜ਼ਰ ਆ ਰਿਹਾ ਸੀ ਕਿ ਮੈਂ ਹੁਣ ਕਿਸੇ ਵਕਤ ਵੀ ਅੰਦਰ ਹੋ ਸਕਦਾ। ਜਿਹੜੀ ਰੇਡ ਚੰਡੀਗੜ੍ਹ ਦੇ ਵਿੱਚ ਫਾਸਟਵੇਜ ਤੇ ਪਈ, ਜੁਝਾਰ ਸਿੰਘ ਤੇ ਪਈ ਜਾਂ ਹੋਰ ਜਿਹੜੇ ਉਹਨਾਂ ਤੇ ਪਈ, ਉਹਨਾਂ 'ਚ ਇਹਨਾਂ ਦੇ ਨਾਂ ਦੇ ਕਾਗਜ਼ ਨਿਕਲੇ ਹੋਏ ਸਨ। ਤੁਹਾਨੂੰ ਪਤਾ ਇਸ ਗੱਲ ਦਾ? ਮੈਂ ਪਤਾ, ਮੈਂ ਉੱਥੇ ਥੋੜੀ ਸਾਰੀ ਦੁਨੀਆ ਨੂੰ ਪਤਾ ਹੈ, ਜਿਵੇਂ ਦੁਨੀਆ ਨੂੰ ਪਤਾ ਹੈ ਮੈਨੂੰ ਪਤਾ ਹੈ। ਮੈਂ ਉੱਥੇ ਥੋੜੀ ਸਾ ਮੈਂ ਦੇਖਿਆ ਹੈ, ਦੁਨੀਆ ਕਹਿ ਰਹੀ ਹੈ। ਔਰ ਆਵਾਜ਼ ਪੁੱਛਿਆ ਕਿਉਂਕਿ ਤੁਹਾਡੇ ਬਹੁਤ ਜ਼ਿਆਦਾ ਸੋਰਸ ਨੇ, ਮੈਂ ਕਿਹਾ ਕਿਤੇ ਕਿਸੇ ਅਫਸਰ ਨੇ ਦੱਸਤਾ ਹੋਵੇ ਨਾ ਇਸ ਤਰੀਕੇ ਦੇ ਨਾਲ। ਕਿਸੇ ਨਾ ਕਿਸੇ ਤੇ ਦੱਸਿਆ ਹੀ ਹੈ ਨਾ, ਮੈਂ ਉਵੇਂ ਥੋੜੀ ਝਿੱਲੀ ਵਾਲਿਆਂ ਦੇ ਕਹਿਣ ਦੇ ਉੱਤੇ ਥੋੜੀ ਗੱਲ ਕਰਾਂਗਾ। ਕਿਸੇ ਨਾ ਕਿਸੇ ਨੇ ਦੱਸਿਆ ਹੀ ਹੈ ਨਾ, ਇਹਨਾਂ ਦੇ ਬੰਦਿਆਂ ਨੇ ਦੱਸਿਆ, ਬਾਦਲ ਦੇ ਬੰਦਿਆਂ ਨੇ ਦੱਸਿਆ। ਇਸ ਤੇ ਇਹ ਜਿਸ ਦਿਨ ਦੂਸਰੇ ਦਿਨ ਜਦ ਬੀਜੇਪੀ ਨੂੰ ਜੁਆਇਨ ਕਰਦਾ ਹੈ, ਮੰਗਲਵਾਰ ਰਾਤ ਨੂੰ ਇਹ ਗੁਰਦੁਆਰਾ ਰਕਾਬਗੰਜ ਸਾਹਿਬ ਸੌਂਦਾ ਹੈ। 20 ਬੰਦੇ ਆਸ-ਪਾਸ ਇਹਨੇ ਖੜੇ ਕੀਤੇ ਹੋਏ ਨੇ। ਉਹਨੂੰ ਕੋ ਤੂੰ ਦੱਸ ਬਈ ਕਿਉਂ? ਔਰ ਇਹ ਦੰਡ ਕਥਾ ਸੀ ਅਫਸਰਾਂ ਵਿੱਚ ਵੀ, ਲੋਕਾਂ ਵਿੱਚ ਵੀ, ਇਹਦੇ ਕਰੀਬੀਆਂ ਵਿੱਚ ਵੀ, ਵੀ ਇਹ ਕਿਸੇ ਵਕਤ ਵੀ ਗ੍ਰਿਫਤਾਰ ਹੋ ਸਕਦਾ ਹੈ। ਔਰ ਈਡੀ ਦੀ ਗ੍ਰਿਫਤਾਰੀ ਦਾ ਮਤਲਬ ਹੈਗਾ ਕਿ ਜਦ ਇਨਫੋਰਸਮੈਂਟ ਗ੍ਰਿਫਤਾਰੀ ਕਰਦੀ ਹੈ
ਤੇ ਉਹਨਾਂ ਨੂੰ ਤਾਂ 6 ਮਹੀਨੇ ਲੱਗ ਜਾਂਦੇ ਨੇ ਬਾਹਰ ਆਉਂਦਿਆਂ। ਇਸ ਨੇ ਗੋਡੇ ਟੇਕਦੇ ਵੀ ਜੋ ਮਾਈ ਬਾਪ ਤੁਸੀਂ ਮਨ ਕਹੋਗੇ ਮੈਂ ਕਰਾਂਗਾ, ਮੇਰੀ ਜਾਨ ਛੱਡ ਦਿਓ, ਮੈਨੂੰ ਗ੍ਰਿਫਤਾਰ ਨਾ ਕਰੋ। ਹੁਣ ਇਹ ਗੱਲ ਤਾਂ ਜਥੇਦਾਰ ਕਹਿ ਰਿਹਾ ਨਾ ਕਿ ਸਵੇਰੇ 7 ਵਜੇ ਮੈਨੂੰ ਸਰਸੇ ਦਾ ਟੈਲੀਫੋਨ ਆਇਆ, ਉਹਨੇ ਤੇ ਸਰਸਾ ਸਾਹਿਬ ਗਿਆ ਪਰ ਮੈਨੂੰ ਸਾਹਿਬ ਬੁਲਾਉਂਦਾ ਕਿ ਮੈਨੂੰ ਇਵੇਂ ਜਾਣਾ ਪੈ ਰਿਹਾ ਜੀ, ਸਾਡਾ ਨਾਂ ਲੈ ਰਿਹਾ, ਕੀ ਲੈ ਰਿਹਾ। ਹੁਣ ਇਹਦਾ ਮਤਲਬ ਇਹ ਗ੍ਰਿਫਤਾਰੀ ਤੋਂ ਡਰ ਕੇ ਗਿਆ। ਤੂੰ ਕਾਹਦਾ ਸਿੱਖ ਹੈ ਤੇ ਤੂੰ ਕਾਹਦਾ ਅਕਾਲੀ ਹੈ? ਅਕਾਲੀ ਹੈ ਹੀ ਨਹੀਂ। ਉਹਨੂੰ ਪੁੱਛੋ ਜਦ ਅੰਗਰੇਜ਼ ਇੱਕ ਖੱਚਰ ਖਰੀਦਦੇ ਸਨ ਨਾ ਤੇ ਉਹਦੀਆਂ 3 ਪੁਸ਼ਤਾਂ ਵੇਖਦੇ ਸਨ ਵੀ ਕਿਸੇ ਦਾ ਮਾਂ ਪਿਓ ਚੜਨ ਲੱਗਿਆ ਕਿਸੇ ਅੜੇ ਤੇ ਨਹੀਂ, ਕੋਈ ਡਿੱਗੀ ਤੇ ਨਹੀਂ। ਇਹ ਬਾਦਲਾਂ ਨੂੰ ਪੁੱਛੋ ਇਹਨੂੰ ਅਕਾਲੀ ਦਲ ਚ ਭਰਤੀ ਕਰਨ ਤੋਂ ਪਹਿਲਾਂ ਇਹਦਾ ਪਿਛੋਕੜ ਵੇਖਿਆ ਜੇ ਵੀ ਇਹਦਾ ਪਿਓ ਕੌਣ ਸੀ, ਫਲਾਣ ਕੌਣ ਸੀ। ਪਿਓ ਨਿਰੰਕਾਰੀ ਪਲੱਸ ਕਾਂਗਰਸੀ ਤੇ ਤੁਸੀਂ ਉਹਨੂੰ ਲੈ ਰਹੇ ਹੋ। ਮੈਂ ਆਪਣੀਆਂ ਅੱਖਾਂ ਸਾਹਮਣੇ ਬੋਰਡ ਲੱਗੇ ਦੇਖੇ ਨਿਰੰਕਾਰੀਆਂ ਦੇ ਨਾਲ ਸਵਾਗਤ ਕੀਤਾ ਹੋਇਆ ਇਹਦੇ। ਪਾਰਟੀ 'ਚ ਭਰਤੀ ਕਰਨ ਲੱਗਿਆ ਕੋਈ ਪਿਛੋਕੜ ਥੋੜੀ ਇਸ ਤਰ੍ਹਾਂ ਦੇਖਿਆ ਜਾਂਦਾ। ਕਮਾਲ ਕਰਦੇ ਪਏ, ਫਿਰ ਤਾਂ ਇਹ ਹਾਲ ਹੋਇਆ ਨਾ। 100 ਸਾਲ ਪੁਰਾਣੀ ਪਾਰਟੀ ਜਿਹਦਾ ਇਤਿਹਾਸ ਸਿੱਖ ਕੌਮ ਦੀਆਂ ਨਹੀਂ, ਸਿੱਖ ਕੌਮ ਦੇ ਖੂਨ ਦੇ ਨਾਲ ਸਿਰਜਿਆ ਹੋਇਆ, ਕੁਰਬਾਨੀਆਂ ਨਾਲ ਸਿਰਜਿਆ ਹੋਇਆ, ਉਹ ਉਹਦਾ ਨਾਂ ਕਿ ਉਹਦਾ ਅਸਰ ਇਹ ਹੋਣ ਨਹੀਂ ਵੇਖਿਆ ਤਾਂ ਦੇਖ ਲੈਣ। ਮੈਂ ਪੁੱਛਣਾ ਚਾਹੁੰਦਾ 1920 ਤੋਂ ਲੈ ਕੇ 2012 ਤੱਕ ਮੈਨੂੰ ਇੱਕ ਅਕਾਲੀ ਦਾ ਨਾਂ ਲੈ ਦਿਓ ਜਿਹੜਾ ਕਿ 157 ਵਿੱਚ ਵੀ ਗ੍ਰਿਫਤਾਰ ਹੋਇਆ ਹੋਵੇ ਤਾਂ ਜ਼ਮਾਨਤ ਲੈ ਕੇ ਬਾਹਰ ਆਇਆ ਹੋਵੇ। ਚਲੋ ਬਾਦਲ ਸਾਹਿਬ ਬੜਾ ਕਲੇਮ ਕਰਦੇ ਹਨ, ਬਾਕੀ ਲੀਡਰ ਤੇ ਚਲੇ ਗਏ। ਇਹਨਾਂ ਨੂੰ ਪੁੱਛੋ ਤੁਸੀਂ 2-2 ਸਾਲ ਕੈਦ ਕੱਟੀ, ਜ਼ਮਾਨਤ ਕਰਾਈ? ਜਿਹੜਾ ਉਸ ਵਕਤ ਅਕਾਲੀ ਜਾਂ ਸਿੱਖ ਜ਼ਮਾਨਤ ਕਰਾ ਕੇ ਬਾਹਰ ਆਂਦਾ ਸੀ ਉਸਨੂੰ ਭੈੜੀ ਨਜ਼ਰ ਨਾਲ ਵੇਖਿਆ ਜਾਂਦਾ ਸੀ ਤੇ ਇਹ ਗ੍ਰਿਫਤਾਰੀ ਤੋਂ ਡਰ ਕੇ ਚਲਾ ਗਿਆ। ਸਾਨੂੰ ਕੋਈ ਇਤਰਾਜ਼ ਨਹੀਂ ਇਹਦਾ, ਬੀਜੇਪੀ ਜਾਣਦਾ। ਐਬਸੋਲੂਟਲੀ ਵੀ ਹੈਵ ਨੋ ਪ੍ਰੋਬਲਮ। ਪਰ ਗੱਲ ਤੇ ਹੈਗੀ ਵੀ ਬਾਦਲਾਂ ਨੇ ਅਕਾਲੀ ਦਲ ਨੂੰ ਬਣਾ ਕੇ ਦਿੱਤਾ ਹੈ। ਅਕਾਲੀ ਦਲ ਨੂੰ ਕਿਹਨਾਂ ਦੇ ਹਵਾਲੇ ਕਰ ਰਿਹਾ ਹੈ? ਜਿਨ੍ਹਾਂ ਦੇ ਪੱਲੇ ਬਾਣੀ ਨਹੀਂ ਹੈ, ਬਾਣਾ ਨਹੀਂ ਹੈ, ਧਰਮ ਨਹੀਂ ਹੈ, ਇਮਾਨ ਨਹੀਂ ਹੈ। ਇਹ ਤੇ ਅੱਜ ਕੱਲ ਮੁਸਲਿਮ ਲੀਗ ਨਹੀਂ ਹੈਗੀ, ਨਹੀਂ ਤੇ ਇਹ ਤਾਂ ਓਵਾਸੀ ਦੀ ਪਾਰਟੀ ਨੂੰ ਜੁਆਇਨ ਕਰਨ ਤੋਂ ਗਰੇਜ ਨਾ ਕਰੇ ਜੇ ਉਸ ਨੂੰ ਵੱਧ ਆਫਰ ਕਰ ਦੇਵੇ। ਇਦਾਂ ਕੀ ਭਰੋਸਾ ਹੈ? ਇਸ ਤੇ ਇਤਬਾਰ ਕਰੋਗੇ? ਇਸ ਦੇ ਵਾਸਤੇ ਸੁਖਬੀਰ ਤੇ ਉਹਦਾ ਨਾਂ ਕਿ ਜਥੇਦਾਰ ਗੱਲਾਂ ਕਰ ਰਹੇ ਹਨ। ਹਾਂਜੀ, ਯਾਨੀ ਹਰਪ੍ਰੀਤ ਸਿੰਘ ਤੇ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਇਹ ਗੱਲ ਕਹੀ ਹੈ। ਉਹ ਕਹਿੰਦੇ ਕਿ ਡਰ ਕੇ ਗੋਡੇ ਟੇਕ ਕੇ ਚਲੇ ਗਏ ਨੇ। ਉਹਨਾਂ ਨੇ ਇਹ ਗੱਲ ਕਹੀ ਹੈ। ਉਹ ਕਹਿੰਦੇ ਜਥੇਦਾਰ ਸਾਹਿਬ ਨੇ ਇੱਕ ਐਗਜ਼ਾਮਪਲ ਦਿੱਤੀ। ਉਹ ਕਹਿੰਦੇ ਕਿ ਸਰਸੇ ਦੇ ਕੋਲ 2 ਰਾਹ ਸੀਗੇ, ਜਾਂ ਤਾਂ ਕਹਿੰਦੇ ਜੇਲ੍ਹ ਚਲਾ ਜਾਂਦਾ ਜਾਂ ਬੀਜੇਪੀ ਚਲਾ ਜਾਂਦਾ। ਕਹਿੰਦੇ ਜੇਲ੍ਹ ਜਾਣ ਦੇ ਡਰੋਂ ਉਹ ਬੀਜੇਪੀ ਚਲੇ ਗਏ। ਇਹੀ ਗੱਲ ਸੁਖਬੀਰ ਬਾਦਲ ਹੁਣਾਂ ਨੇ ਕਹੀ। ਪਰ ਉਹ ਇਹ ਕਹਿ ਰਹੇ ਨੇ ਕਿ ਅਸੀਂ ਇਹੋ ਜਿਹਾ ਕੋਈ ਗੱਲ ਨਹੀਂ, ਕਹਿੰਦੇ ਇਹੋ ਜਿਹਾ ਕੋਈ ਮੇਰੇ ਸਾਹਮਣੇ ਹੈ ਹੀ ਨਹੀਂ ਕੁਝ ਵੀ ਸਰਸਾ ਕਹਿ ਰਹੇ। ਬਿਲਕੁਲ ਨਹੀਂ ਹੈ। ਜਥੇਦਾਰ ਸਾਹਿਬ ਉਸਨੂੰ ਟੈਲੀਫੋਨ ਤੇ ਕਹਿੰਦੇ ਅੱਜ ਤੋਂ ਬਾਅਦ ਮੈਨੂੰ ਆਪਣੀ ਸ਼ਕਲ ਨਾ ਦਿਖਾ। ਜਿਹੜਾ ਡਰ ਕੇ ਗ੍ਰਿਫਤਾਰੀ ਦੇ ਡਰ ਤੇ ਦੂਸਰੀ ਜਗ੍ਹਾ ਜਾ ਰਿਹਾ, ਮੈਨੂੰ ਸ਼ਕਲ ਦਿਖਾਉਣ ਦੀ ਲੋੜ ਨਹੀਂ, ਮੇਰੇ ਨਾਲ ਗੱਲ ਕਰਨ ਦੀ ਠਾਪ ਮਾਰ ਦਿੰਦੇ। ਬਿਆਨ ਦੇਣ ਦੀ ਕੀ ਲੋੜ ਸੀ? ਬਿਆਨ ਵਿੱਚ ਉਹਨਾਂ ਨੇ ਕਹਿ ਜੀ ਸਾਨੂੰ ਦੋਸ਼ੀ ਬਣਾਤਾ, ਭਾਵੇਂ ਨਾਂ ਨਹੀਂ ਲੈ ਸਕੇ। ਦਿੱਲੀ ਦੀ ਸਿੱਖ ਲੀਡਰਸ਼ਿਪ ਦੋਸ਼ੀ ਹੈ ਜੀ, ਉਹਨਾਂ ਨੂੰ ਉੱਥੇ ਭੇਜਣ। ਕੁਕਰਮ ਕਰਨ ਹੈ, ਚੋਰੀਆਂ ਮਾਰਨ ਹੈ, ਡਕੈਤੀਆਂ ਮਾਰਨ ਹੈ, ਸਰਕਾਰ ਨੂੰ ਲੁੱਟਣ ਹੈ, ਗਰੀਬ ਗਰੀਬੇ ਬੰਦਿਆਂ ਨੂੰ ਲੁੱਟਣ ਹੈ, ਵਿਧਵਾਵਾਂ ਦੀਆਂ ਜ਼ਮੀਨਾਂ ਨੂੰ ਹੜਪਣ ਹੈ ਤੇ ਕਸੂਰਵਾਰ ਅਸੀਂ। ਬੱਲੇ ਬੱਲੇ ਜਥੇਦਾਰ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ, ਕਮਾਲ ਹੋਈ ਵੀ ਹੈ। ਤੁਹਾਡੇ ਵਰਗਾ ਕੋਈ ਜਮਣਾ ਦੂਜਾ? ਜਥੇਦਾਰ ਸਾਹਿਬ ਇਸ ਬਿਆਨ ਤੋਂ ਬਾਅਦ ਉਹਨਾਂ ਨੂੰ ਤਖਤ ਸਾਹਿਬ ਤੇ ਜਥੇਦਾਰੀ ਕਰਨ ਦਾ ਕੋਈ ਹੱਕ ਨਹੀਂ ਰਹਿ ਗਿਆ, ਅਸਤੀਫਾ ਦੇਣ। ਸਾਨੂੰ ਵੱਡੀ ਗੱਲ ਕਹਿ ਰਹੇ ਹੋ ਤੁਸੀਂ, ਬਹੁਤ ਵੱਡੀ ਗੱਲ ਕਹਿ ਰਹੇ ਹੋ। ਬਿਲਕੁਲ ਛੋਟੀ ਗੱਲ ਹੈ। ਇਹੋ ਜਿਹੇ ਬੰਦੇ ਦਾ ਕੋਈ ਹੱਕ ਨਹੀਂ ਹੈਗਾ ਜਥੇਦਾਰੀ ਕਰਨ ਦਾ। ਜਥੇਦਾਰ ਸਾਹਿਬ ਨੂੰ ਇਹ ਪੁੱਛੋ 5 ਮਾਰਚ 2020 ਨੂੰ ਜਦ ਦੀਆਂ ਚੋਰੀਆਂ ਚਕਾਰੀਆਂ ਲੈ ਕੇ ਅਸੀਂ ਤੁਹਾਡੇ ਕੋਲ ਗਏ ਸੀ, ਤੁਸੀਂ ਸਾਨੂੰ ਕਿਹਾ ਸੀ ਨਾ ਕਿ ਬਹੁਤ ਵੱਡੀਆਂ ਚੋਰੀਆਂ ਹੈਗੀਆਂ, ਮੈਂ ਇੱਕ ਮੈਂਬਰੀ ਕਮੇਟੀ 3 ਮੈਂਬਰੀ ਕਮੇਟੀ ਬਣਾ ਕੇ ਇਹਦੀ ਪੜਤਾਲ ਕਰਕੇ ਤੁਹਾਨੂੰ ਆਪਣਾ ਦੱਸਾਂਗਾ। ਤੁਸੀਂ ਕਿਉਂ ਨਹੀਂ ਬਣਾਈ? ਜੇ ਤੁਸੀਂ ਕਮੇਟੀ ਬਣਾ ਦਿੰਦੇ, ਉਹਦੀਆਂ ਚੋਰੀਆਂ ਚਕਾਰੀਆਂ ਤੁਹਾਡੇ ਸਾਹਮਣੇ ਲਿਆਂਦੇ ਤੇ ਕਾਲ ਤੱਕ ਸਜ਼ਾ ਲਾਂਦਾ ਨਾ।
ਹਿੰਦੁਸਤਾਨ ਦੀ ਅਦਾਲਤ ਹੈ ਨਾ ਲਾਂਦੀ। ਮੈਨੂੰ ਤੁਸੀਂ ਦੱਸੋ ਨਾ, ਜਿਹੜਾ ਬੰਦਾ ਗੁਰਮੁਖੀ ਲਿਖ ਨਹੀਂ ਸਕਿਆ, ਬਾਣੀ ਪੜ੍ਹ ਨਹੀਂ ਸਕਿਆ, ਤੁਸੀਂ ਉਸ ਨੂੰ ਮੈਂਬਰ ਬਣਾ ਰਹੇ ਹੋ ਸ਼੍ਰੋਮਣੀ ਕਮੇਟੀ ਵੱਲੋਂ, ਫਿਰ ਉਹਦੀ ਹਮਾਇਤ ਕਰ ਰਹੇ ਹੋ, ਫਿਰ ਉਹਦੇ ਵਾਸਤੇ ਕਰੋੜਾਂ ਰੁਪਏ ਖਰਚ ਕਰ ਰਹੇ ਹੋ ਵਕੀਲਾਂ ਵਾਸਤੇ। ਹਿੰਦੁਸਤਾਨ ਦੇ ਸਭ ਤੋਂ ਨਾਮੀ ਤੇ ਮਹਿੰਗੇ ਵਕੀਲ ਉਹਦੇ ਵਾਸਤੇ ਖੜਾ ਕਰ ਰਹੇ ਹੋ। ਤੁਸੀਂ ਬਰਲ ਜਮਾਓ, ਇਹ ਸਰਸਾ ਤੇ ਨੰਗਾ ਹੋ ਗਿਆ ਤੇ ਇਹ ਸਰਸੇ ਨੰਗੇ ਹੋਣੇ ਨਾਲੇ। ਇਹ ਸਾਰੇ ਇਸ ਵਕਤ ਬਾਦਲ ਦਲ ਵਿੱਚ ਸਰਸੇ ਹੀ ਹੈਗੇ, ਕੋਈ ਕਾਲੀ ਨਹੀਂ ਹੈ। ਮੈਨੂੰ ਇੱਕ ਦੱਸ ਦੇਣ, ਸ਼ਾਇਦ ਇਹਦੇ ਕਈ ਇਹਦੇ ਸਾਥੀ ਨਿਕਲਣਗੇ, ਕਈ ਇਹਦੇ ਪਿਓ ਨਿਕਲਣਗੇ। ਤੁਸੀਂ ਅਕਾਲੀ ਦਲ ਨੂੰ ਬਣਾ ਕੇ ਦਿੱਤਾ ਹੈ। ਅੱਜ ਅਕਾਲੀ ਦਲ ਦੀ ਕੋਈ ਗੱਲ ਹੈ, ਕੋਈ ਵਰਕਰ ਹੈ? ਸਨ 82 ਦੇ ਵਿੱਚ ਸੰਤ ਲੌਂਗੋਵਾਲ ਨੇ ਮਰਜੀਵੜਿਆਂ ਦੀ ਬਣਾਈ ਸੀ ਜਥੇਬੰਦੀ, ਹਜ਼ਾਰਾਂ ਬੰਦੇ ਕੱਲ ਤੱਕ ਇਕੱਠੇ ਹੋ ਗਏ ਸਨ। ਅੱਜ ਤੁਸੀਂ ਦੱਸੋ ਮਰਜੀਵੜੇ ਕਿਹੜੇ ਨੇ? ਦਾਅਵਾ ਕਰ ਰਹੇ ਇਸ ਵਾਰ ਵੀ ਸਰਕਾਰ ਬਣਾਉਣ ਦਾ। ਉਹ ਕਹਿੰਦੇ ਸਾਡੀ ਪਾਰਟੀ ਹੀ ਹੈ ਪੰਥਕ ਪਾਰਟੀ, ਕਲੇਮ ਕਰਦੇ ਸੁਖਬੀਰ ਬਾਦਲ। ਹਰ ਸਭਾ 'ਚ ਇਹ ਗੱਲ ਕਹਿੰਦੇ ਆ, ਹਰ ਸਪੀਚ 'ਚ ਇਹ ਗੱਲ ਕਹਿੰਦੇ ਸਾਡੀ ਹੀ ਪਾਰਟੀ। ਉਹ ਤਾਂ ਕਲੇਮ ਕਰਦੇ ਇਸ ਚੀਜ਼ ਦਾ। ਤੁਸੀਂ ਉਹਨਾਂ ਨੂੰ ਸਰਸਾ ਝੂਠ ਔਰ ਕਪਟ ਬੋਲਣ 'ਚ ਮਾਹਿਰ ਹੈ ਨਾ। ਇਸੇ ਤਰ੍ਹਾਂ ਸੁਖਬੀਰ ਤੇ ਉਹਦਾ ਪ੍ਰਧਾਨ ਹੈ, ਉਹਦਾ ਵੀ ਵਡੇਰਾ ਝੂਠ ਬੋਲਣ 'ਚ ਆਇਆ। ਮਨ ਸਭ ਗੱਲ ਜਾਣਦਾ ਪਿਆ ਇਹਨਾਂ ਦਾ ਕੀ ਅਸਰ ਹੋਣਾ ਹੈ। ਇਸ ਤੋਂ ਬਾਅਦ ਕੋਈ ਕਸਰ ਰਹਿ ਗਈ? ਕਿੰਨਾ ਬੰਦਿਆਂ ਨੂੰ ਤੁਸੀਂ ਪਾਲਿਆ, ਕਿੰਨੇ ਬੰਦਿਆਂ ਨੂੰ ਤੁਸੀਂ ਆਪਣੀ ਸਰਕਾਰ ਦੇ ਨਾਲ ਬੋਗਸ ਵੋਟਾਂ ਬਣਾਈਆਂ। ਮੈਂ ਸਰਕਾਰੀ ਬੰਦੇ ਫੜੇ, ਮਨ ਰਹਾ ਰਿਹਾ ਨਾ ਤੁਸੀਂ। ਸੁਖਬੀਰ ਕਵੇ ਕਾਲ ਤੱਕ ਜਾ ਕੇ ਮੈਂ ਬੋਗਸ, ਮੇਰੇ ਕਹੇ ਤੁਸੀਂ ਬੋਗਸ ਵੋਟਾਂ ਨਹੀਂ ਬਣਾਈਆਂ, ਤੁਸੀਂ ਸਾਰੀ ਪੁਲਿਸ ਮੈਨੂੰ ਹਰਾਉਣ ਵਾਸਤੇ ਨਹੀਂ ਵਰਤੀ। ਅੱਜ ਕੀ ਅਸਰ ਹੋਇਆ ਤੁਹਾਡਾ? ਅੱਜ ਅਸਰ ਕੀ ਹੋਇਆ ਤੁਹਾਡਾ? ਬੇੜਾ ਗਰਕ ਕਰਕੇ ਰੱਖਤਾ ਇਹਨੇ, ਆਪਣਾ ਵੀ ਤੇ ਤੁਹਾਡਾ ਵੀ। ਮੈਨੂੰ ਤਾਂ ਚੰਗਾ ਹੈਗਾ ਬੀਜੇਪੀ ਜਾ ਕੇ ਹੁਣ ਝੂਠ ਤੇ ਕੁਫਰ ਨਹੀਂ ਬੋਲਣ ਲੱਗਾ। ਬੀਜੇਪੀ ਦਾ ਪ੍ਰਧਾਨ ਕੋਈ ਸੁਖਬੀਰ ਸਿੰਘ ਬਾਦਲ ਨਹੀਂ ਜਿਹੜਾ ਇਸ ਨੂੰ ਇੱਕ ਕਰਮ ਕਰਨ ਤੋਂ ਰੋਕੇਗਾ ਨਹੀਂ। ਉਹਨਾਂ ਤੇ ਛਿੱਕੇ ਟੰਗ ਦੇਣਾ ਹੈ। ਜਿਹੜੇ ਮੁਕੱਦਮੇ ਪਏ ਹੋਏ ਨਾ, ਹਾਂਜੀ, ਉਹਨਾਂ ਨੂੰ ਖਤਮ ਨਹੀਂ ਕਰਨਾ ਹੈ। ਉਹਨਾਂ ਨੂੰ ਕੱਢ ਕੇ ਇਹਨੂੰ ਅੰਦਰ ਕਰਨਗੇ। ਜੇ ਉਹਨਾਂ ਨਾਲ ਇਹ ਜੀ ਬਦਕਲਾਮੀ ਕੀਤੀ ਤੇ ਝੂਠ ਕੁਫਰ ਬੋਲਿਆ ਉਹਨਾਂ ਦੀ ਪਾਰਟੀ ਦੇ ਵਿੱਚ, ਉਹ ਤਾਂ ਮੁੰਡੂ ਬਣਾ ਕੇ ਰੱਖਣਗੇ। ਮੁੰਡੂ ਬਣ ਕੇ ਰਹਿਣਾ ਹੀ ਤਰ੍ਹਾਂ, ਦੂਸਰਾ ਲਫ਼ਜ਼ ਮੈਂ ਨਹੀਂ ਵਰਦਾ। ਮੁੰਡੂ ਬਣ ਕੇ ਰਹੇਗਾ ਤੇ ਉੱਥੇ ਰਹੇਗਾ, ਵਰਨਾ ਉਹਨਾਂ ਚੁੱਕ ਕੇ ਅੰਦਰ ਕਰ ਦੇਣਾ। ਬਹੁਤੇ ਲੋਕਾਂ ਨੇ ਪੁੱਛਣਾ ਕਿ ਸਰਨਾ ਸਾਹਿਬ ਮੁੰਡੂ ਕੀ ਕਹੀ ਜਾਂਦੇ, ਮੁੰਡੂ ਕੀ ਹੁੰਦਾ? ਮੁੰਡੂ ਦੇਖੋ ਜੀ, ਪੁਰਾਣਾ ਪਠਵਾਰੀਆ ਲਫ਼ਜ਼ ਹੈ। ਕਰਦੇ ਨੌਕਰਾਂ ਨੂੰ ਮੁੰਡੂ ਸੱਦੇ ਸਨ, ਕਰਦੇ ਨੌਕਰਾਂ ਨੂੰ ਮੁੰਡੂ ਸੱਦੇ ਸਨ। ਪਾਕਿਸਤਾਨ ਤੋਂ ਆਏ ਸੀ ਤਾਂ ਕਰਕੇ ਬਹੁਤੇ ਸ਼ਬਦ ਪਾਕਿਸਤਾਨ ਵਾਲੇ ਵਰਤੇ ਜੀ। ਵੀ ਅਸੀਂ ਗੁਰੂ ਦੀ ਬਖਸ਼ਿਸ਼ ਨਾਲ, ਮਾਤਾ ਪਿਤਾ ਦਾ, ਪਠਵਾਰੀਆਂ ਨਾਲ ਰਹਿਣ ਦਾ ਬਹੁਤ ਮੌਕਾ ਮਿਲਿਆ। ਜਿਹੜੇ ਬੰਦੇ ਆਉਂਦੇ ਸਨ ਉਹੀ ਲਫ਼ਜ਼ਾਂ ਦੀ ਵਰਤੋਂ ਕਰਦੇ ਸਨ, ਤੇ ਜਿਸ ਵਾਸਤੇ ਉਹ ਲਫ਼ਜ਼ ਯਾਦ ਹੈਗੇ, ਉਹਨਾਂ ਦੇ ਵਿੱਚ ਪਠਵਾਰੀ ਔਰ ਉਰਦੂ ਦੇ ਲਫ਼ਜ਼ ਮਿਕਸ ਹੁੰਦੇ ਸਨ। ਉਹ ਸਨ ਦਿਮਾਗ 'ਚ ਬੈਠੇ ਹੋਏ ਨੇ। ਤੁਹਾਨੂੰ ਇਸ ਚੀਜ਼ ਦੀ ਚਿੰਤਾ ਹੋਈ ਕਿ ਮਨਜਿੰਦਰ ਸਿੰਘ ਸਰਸਾ ਨੂੰ ਤੁਸੀਂ ਥੱਲੇ ਲਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਇਆ? ਹੁਣ ਮਨਜਿੰਦਰ ਸਿੰਘ ਸਰਸਾ ਇੱਕ ਪਾਵਰਫੁਲ ਪਾਰਟੀ ਚਲੇ ਗਏ ਨੇ। ਮਨਜਿੰਦਰ ਸਿੰਘ ਸਰਸਾ ਉਸ ਪਾਰਟੀ ਚਲੇ ਗਏ ਜਿਸ ਦੀ ਸੈਂਟਰ ਦੇ ਵਿੱਚ ਸਰਕਾਰ ਹੈ। ਤੁਹਾਨੂੰ ਕੋਈ ਥੋੜਾ ਬਹੁਤ ਖੌਫ ਹੋਇਆ ਇਸ ਚੀਜ਼ ਦਾ? ਉਸ ਅਕਾਲ ਪੁਰਖ ਤੇ ਪੂਰਾ ਭਰੋਸਾ ਹੈਗਾ। ਇਹ ਜਿੰਨੂੰ ਮਰਜ਼ੀ ਜੁਆਇਨ ਕਰ ਲੈ, ਸਾਡੀ ਸਿਹਤ ਤੇ ਕੋਈ ਅਸਰ ਨਹੀਂ ਹੈ। ਸਾਨੂੰ ਕੋਈ ਚਿੰਤਾ ਨਹੀਂ ਹੈ, ਬਿਲਕੁਲ ਚਿੰਤਾ ਨਹੀਂ। ਇਹ ਸਾਡੇ ਵਾਸਤੇ ਸੋਚਣਾ ਵੀ ਪਾਪ ਹੈ। ਅਗਰ ਮੈਂ ਕਿਸੇ ਕੋਲ ਡਰਾਂਗਾ ਤੇ ਕਿਸੇ ਮਹਾਂਪੁਰਖ ਕੋਲ ਡਰਾਂਗਾ, ਜਿਹੜਾ ਨਿਤਨੇਮੀ ਹੈ, ਜਿਹੜਾ ਗੁਰੂ ਦਾ ਹੁਕਮ ਮੰਨਣ ਵਾਲਾ ਹੈ। ਇਹ ਜਿਹੜੇ ਚੋਰ, ਡਕੈਤ, ਬਦਮਾਸ਼, ਅਯਾਸ਼, ਇਹਨਾਂ ਕੋਲ ਕਿਉਂ ਡਰਾਂਗਾ? ਭਾਵੇਂ ਜਿੱਥੇ ਮਰਜ਼ੀ ਚਲੇ ਜਾਣ। ਨੈਵਰ ਇਨ ਮਾਈ ਲਾਈਫ। ਵੱਡੇ ਇਲਜ਼ਾਮ ਲਾ ਰਹੇ ਹੋ ਤੁਸੀਂ ਸਰਸਾ ਹੋਣਾ ਤੇ, ਵੱਡੇ ਵੱਡੇ ਇਲਜ਼ਾਮ ਲਾ ਰਹੇ ਹੋ। ਮੰਨ ਲਓ ਕੱਲ ਨੂੰ ਕਹਿਣਗੇ ਜਿਹੜੇ ਸ਼ਬਦ ਤੁਸੀਂ ਵਰਤੇ ਆ ਮੇਰੇ ਲਈ, ਇਹਨਾਂ ਦੇ ਸਬੂਤ ਦੱਸੋ। ਹੋਰ ਹੈਗੀ ਨਹੀਂ ਤਾਂ ਇਹ ਲਫ਼ਜ਼ ਕੁਝ ਵੀ ਨਹੀਂ ਹੈਗੇ ਇਹਦੇ ਵਾਸਤੇ। ਜਿਹੜੇ ਸ਼ਬਦ ਵਰਤੇ ਨੇ ਤੁਸੀਂ, ਮੈਂ ਜਿਹੜੇ ਵਰਤੇ, ਮੈਂ ਕਹਿ ਰਿਹਾ ਮੇਰੀ ਵੋਕੈਬੂਲਰੀ ਇਤਨੀ ਤੇਜ਼ ਨਹੀਂ ਹੈ। ਹਾਂਜੀ, ਕੋਈ ਬੁੱਧੀਜੀਵੀ ਹੋਏ ਤਾਂ ਹੋਰ ਲਫ਼ਜ਼ ਕੱਢ ਕੇ 20 ਕੱਢ ਕੇ ਦੇ ਵਾਸਤੇ ਵਰਤੇ, ਉਹ ਵੀ ਥੋੜੇ ਨੇ। ਇਹ ਸਬੂਤ ਰੱਖੇ ਤੁਸੀਂ ਕਦੇ ਲਿਆ ਕੇ ਵੀ ਆਹ ਦੇਖੋ ਜਿਹੜੇ ਸ਼ਬਦ ਵਰਤੇ ਨੇ? ਮੇਰੇ ਸਬੂਤ ਹੀ ਸਬੂਤ ਨਾ, ਸਬੂਤ ਹੀ ਸਬੂਤ ਨਾ। ਤੁਸੀਂ ਇਹ ਦੇਖੋ, 4 ਮੁਕੱਦਮੇ ਦਿੱਲੀ ਕਮੇਟੀ ਦੇ ਪ੍ਰਬੰਧ ਦੇ ਦੌਰਾਨ ਇਸ ਉੱਤੇ ਪੈ ਗਏ। LOC ਨਿਕਲ ਗਿਆ,
ਸਾਡੇ 38 ਲੱਖ ਦੀ ਜਿਹੜੀ ਡਿਮੋਨਟਾਈਜ਼ ਕਰੰਸੀ ਸੀ ਉਹ ਇਹਦੇ ਕੋਲੋਂ ਇਹਨਾਂ ਕੋਲ ਨਿਕਲੀ। ਇਸ ਤੋਂ ਬਾਅਦ ਕੀ ਸਬੂਤ ਹੋਣਗੇ? ਉਸ ਤੋਂ ਪਹਿਲੇ ਦੇ ਸਬੂਤ 7 ਮੁਕੱਦਮੇ ਪਹਿਲੇ ਧੋਖਾਧੜੀ ਦੇ, ਜ਼ਮੀਨ ਖੋਈ ਦੇ, ਨਜਾਇਜ਼ ਕਬਜ਼ੇ ਦੇ ਇਸ ਤੇ ਚੱਲਦੇ ਪਏ ਨੇ। ਸਰਸਾ ਸਾਹਿਬ ਇੱਕ ਗੱਲ ਦੱਸੋ ਮੈਨੂੰ, ਤੁਸੀਂ ਲਗਾਤਾਰ ਤੁਹਾਡਾ ਪੇਚਾ ਪਿਆ ਰਿਹਾ ਸਰਸਾ ਹੋਣਾ ਦੇ ਨਾਲ, ਫਿਰ ਤੁਸੀਂ ਡਾਊਨ ਕਿਉਂ ਨਹੀਂ ਕਰ ਪਾਏ? ਮੰਨ ਲਓ ਜੇ ਮੈਂ ਪੁੱਛਾਂ ਤਾਂ ਹਾਲਾਂਕਿ ਤੁਸੀਂ ਹਰਾ ਦਿੱਤਾ ਉਹਨਾਂ ਨੂੰ, ਪਰ ਜੇ ਲੰਬੇ ਸਮੇਂ ਤੋਂ ਜ਼ੋਰ ਅਜਮਾਇਸ਼ ਤੁਹਾਡੀ ਚੱਲਦੀ ਰਹੀ, ਉਹਨਾਂ ਦੇ ਪਿੱਛੇ ਏਡੀਆਂ ਕਿੱਡੀਆਂ ਕੁ ਵੱਡੀਆਂ ਪਾਵਰਾਂ ਕੰਮ ਕਰ ਰਹੀਆਂ ਸੀਗੀਆਂ ਕਿ ਤੁਸੀਂ ਤਾਂ ਬਹੁਤ ਸਟਰੋਂਗ ਹੋ ਦਿੱਲੀ ਦੇ ਵਿੱਚ, ਬਹੁਤ ਪਾਵਰਫੁਲ ਮੰਨਿਆ ਜਾਂਦਾ ਤੁਹਾਨੂੰ ਦਿੱਲੀ ਦੇ ਵਿੱਚ। ਦੇਖੋ ਜੀ, ਅਸੀਂ ਪਾਵਰਫੁਲ ਰਹਿ ਗਏ ਆਪਣੇ ਕਰੈਕਟਰ ਕਰਕੇ, ਈਮਾਨ ਕਰਕੇ, ਗੁਰੂ ਤੋਂ ਡਰਨ ਕਰਕੇ। ਇਹ ਸਟਰੋਂਗ ਹੈਗੇ ਬਦਮਾਸ਼ੀ ਕਰਕੇ, ਗੁੰਡਾਗਰਦੀ ਕਰਕੇ, ਔਰ ਇਹਨਾਂ ਦੇ ਪਿੱਛੇ ਜੋ ਇਹ ਜੇ ਅਨਸਰ ਸੀ ਉਹ ਸੀ। ਅਸੀਂ ਗੁਰੂ ਦਾ ਇੱਕ ਪੈਸਾ ਵਰਤ ਕੇ ਕੋਈ ਚੀਜ਼ ਪ੍ਰਾਪਤ ਕਰਨੀ ਆਪਣੇ ਵਾਸਤੇ ਆਰਾਮ ਸਮਝਦੇ ਸਾਂ। ਇਹਨਾਂ ਨੇ ਖੂਬ ਗੁਰੂ ਦਾ ਮਾਲ ਲੁੱਟਿਆ, ਖੂਬ ਵੰਡਿਆ। ਔਰ ਜਿਵੇਂ ਮੈਂ ਇਹ ਕਿਹਾ ਕਿ 2013-17 ਚ ਇਹ ਸਰਕਾਰ ਦੀ ਮਦਦ ਦੇ ਨਾਲ ਜਿੱਤੇ ਤੇ ਮੇਰੀ ਹੱਥਕਤਰੀ ਨਹੀਂ ਹੈ, ਇਹ ਬਿਲਕੁਲ ਹੱਥਕਤਰੀ ਨਹੀਂ ਹੈ। ਦਿੱਲੀ ਚ ਅਕਾਲੀ ਦਲ ਨੂੰ ਕਿੰਨਾ ਕੁ ਨੁਕਸਾਨ ਹੋਊਗਾ ਸਿਰਸਾ ਦੇ ਬੀਜੇਪੀ ਜਾਣ ਨਾਲ? ਅਕਾਲੀ ਦਲ ਨਾ ਕੋ ਬਾਦਲ ਕੋ ਨਾ, ਬਾਦਲ ਦਲ ਨੂੰ ਮੈਂ ਕੀ ਲੈਣਾ ਦੇਣਾ, ਉਹਨਾਂ ਨੂੰ ਕਿਤਨਾ ਨੁਕਸਾਨ ਹੋਣਾ ਕਿੰਨਾ ਨਹੀਂ ਹੋਣਾ। ਮੈਂ ਵੈਸੇ ਪੁੱਛ ਰਿਹਾ, ਮੈਂ ਇਸ ਦਾ ਜਵਾਬ ਦੇਣਾ ਠੀਕ ਨਹੀਂ ਸਮਝਦਾ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ, ਜਿਹੜੇ ਨਵੇਂ ਮੈਂਬਰ ਇਹਨਾਂ ਦੇ ਚੁਣ ਕੇ ਆਏ ਨੇ, ਜੇ ਉਹਨਾਂ ਨੇ ਆਪਣਾ ਭਵਿੱਖ ਸਵਾਰਨਾ ਹੈ, ਗੁਰੂ ਘਰ ਦੀ ਸੇਵਾ ਕਰਨ ਵਾਸਤੇ ਆਏ ਨੇ, ਤਾਂ ਫਿਰ ਇਹ ਜੇ ਦਲ ਨੂੰ ਛੱਡ ਕੇ ਤੇ ਇਹਨਾਂ ਦਾ ਸਾਥ ਛੱਡ ਕੇ ਗੁਰੂ ਦੀ ਸੇਵਾ ਵਾਲੇ ਪਾਸੇ ਲੱਗੋ। ਉਹ ਕਹਿੰਦੇ ਮਨਜਿੰਦਰ ਸਿਰਸਾ ਹੁਣਾਂ ਨੇ ਪ੍ਰੋ ਪੰਜਾਬ ਟੀਵੀ ਨਾਲ ਸਾਡੇ ਚੈਨਲ ਨਾਲ ਗੱਲ ਕਰਦੇ, ਉਹਨਾਂ ਨੇ ਕਿਹਾ ਕਿ ਕਹਿੰਦੇ ਕਿ ਅਕਾਲੀ ਦਲ ਹੁਣ ਰੇਸ ਦੇ ਵਿੱਚ ਹੀ ਨਹੀਂ ਹੈ, ਅਕਾਲੀ ਦਲ ਦੇ ਮੁੱਦੇ ਪਹਿਲਾਂ ਜੋ ਹੁੰਦੇ ਸੀ ਉਹ ਮੁੱਦਿਆਂ ਤੇ ਨਹੀਂ ਹੈ, ਇਸ ਕਰਕੇ ਮੈਂ ਬੀਜੇਪੀ ਸ਼ਾਮਲ ਹੋਇਆ। ਸਿੱਖਾਂ ਦੇ ਬਹੁਤ ਸਾਰੇ ਮਸਲੇ ਮੈਂ ਹੱਲ ਕਰਾਉਣੇ ਆ ਜੋ ਇੱਕ ਰੀਜਨਲ ਪਾਰਟੀ ਚ ਰਹਿ ਕੇ ਮੈਂ ਨਹੀਂ ਕਰਵਾ ਪਾ ਰਿਹਾ ਸੀ ਸੈਂਟਰ ਦੇ ਵਿੱਚ ਬੀਜੇਪੀ, ਇਸ ਲਈ ਮੈਨੂੰ ਇਹ ਜੁਆਇਨ ਕਰਨੀ ਪਈ ਬੀਜੇਪੀ। ਅਮਿਤ ਸ਼ਾਹ ਹੁਣਾਂ ਨਾਲ ਗੱਲਬਾਤ ਹੋਈ ਤਾਂ ਫਿਰ ਮੈਂ ਜੁਆਇਨ ਕਰ ਲਈ ਬੀਜੇਪੀ। ਇਹ ਗੱਲ ਕਹਿ ਰਹੇ। ਬੇਈਮਾਨ ਔਰ ਝੂਠਾ ਕੀ ਹੋ ਸਕਦਾ? ਜਿਹੜਾ ਆਪਣੀ ਪਾਰਟੀ ਨੂੰ, ਜਿਸ ਨੂੰ ਕੋਈ ਜਾਣਦਾ ਨਹੀਂ ਸੀ, ਇਹਨੂੰ ਲੋਕਾਂ ਨੂੰ ਇਹਦੇ ਪਿਓ ਦਾ ਨਾਂ ਦਾ ਨਹੀਂ ਸੀ ਪਤਾ, ਬਾਦਲ ਦਲ ਨੇ ਇਸ ਨੂੰ ਨਾਂ ਦਿੱਤਾ, ਸਭ ਕੁਝ ਦਿੱਤੀ, ਸ਼ੋਹਰਤ ਦਿੱਤੀ, ਔਰ ਪਹਿਲੀ ਵਾਰ ਮੈਂਬਰ ਬਣਾਉਣ ਤੋਂ ਬਾਅਦ ਪੂਰਾ ਜ਼ੋਰ ਲਾ ਕੇ ਇਹਨੂੰ ਜਨਰਲ ਸਕੱਤਰ ਬਣਾਇਆ। ਅੱਜ ਉਹ ਇਹ ਗੱਲ ਕਹਿ ਰਿਹਾ ਹੈ। ਤੇਰੀ ਇਹ ਗੱਲ ਕਰਦੇ ਹੋਏ ਆ, ਤੇਰੀ ਜ਼ਬਾਨ ਕਿਉਂ ਨਹੀਂ ਛੜ ਗਈ? ਇਹ ਬਾਦਲ ਦਲ ਦਾ ਐਰਾ ਛੱਡ ਦਿਓ ਨਾ। ਉਸ ਤੋਂ ਪਹਿਲੇ ਸਿੱਖਾਂ ਦੀਆਂ ਕਿਹੜੀਆਂ ਮੰਗਾਂ ਜਿਹੜੀਆਂ ਅਕਾਲੀ ਦਲ ਨੇ ਪੂਰੀਆਂ ਨਹੀਂ ਕੀਤੀਆਂ? ਸਿੱਖਾਂ ਦੀਆਂ ਮੰਗਾਂ ਪਾਸੇ ਲੜਿਆ ਕੌਣ ਹੈ? ਬੀਜੇਪੀ ਨੇ ਬਾਦਲ ਦਲ ਨਾਲ ਸਮਝੌਤਾ ਕਿਉਂ ਕੀਤਾ ਵੀ ਸਿੱਖਾਂ ਦੀ ਨੁਮਾਇੰਦਾ ਪਾਰਟੀ ਹੈ? ਤੂੰ ਉਸ ਪਾਰਟੀ ਨੂੰ ਕਹਿ ਰਿਹਾ ਹੈ। ਇਹਦੇ ਕਸੂਰਵਾਰ ਬਾਦਲ ਹੈਗੇ, ਜਿਨ੍ਹਾਂ ਨੇ ਅਕਾਲੀ ਦਲ ਨੂੰ ਆਪਣੀ ਨਿੱਜੀ ਜਾਇਦਾਦ ਬਣਾ ਕੇ, ਆਪਣੀ ਪਰਿਵਾਰਕ ਜਾਇਦਾਦ ਬਣਾ ਕੇ, ਇਹੋ ਜਿਹੇ ਗੁੰਡਾ ਅਨਸਰ ਨੂੰ ਪਾਰਟੀ 'ਚ ਦਾਖਲ ਕਰਾ ਕੇ ਪਾਰਟੀ ਨੂੰ ਅੱਜ ਇਹ ਗੱਲਾਂ ਦੇਖਣੀਆਂ ਪੈ ਰਹੀਆਂ। ਉਹ ਕਹਿ ਰਹੇ ਕਿ ਮੈਂ ਪੁੱਛਿਆ ਉਹਨਾਂ ਨੂੰ ਕਿ ਪੰਜਾਬ ਦੇ ਵਿੱਚ ਤੁਸੀਂ ਜਾਣਾ ਚੋਣ ਪ੍ਰਚਾਰ ਲਈ, ਜੇ ਬੀਜੇਪੀ ਤੁਹਾਨੂੰ ਭੇਜਦੀ ਹੈ ਤਾਂ ਤੁਸੀਂ ਕਿਸ ਨੂੰ ਦੇਖਦੇ ਹੋ ਬਰਾਬਰ ਤੁਹਾਡੇ? ਉਹ ਕਹਿੰਦੇ ਕਿ ਅਕਾਲੀ ਦਲ ਤਾਂ ਰੇਸ 'ਚ ਹੀ ਨਹੀਂ ਹੈ 2022 ਦੇ ਇਲੈਕਸ਼ਨ ਦੇ ਵਿੱਚ। ਉਹ ਕਹਿੰਦੇ ਕਿ ਕਾਂਗਰਸ ਦੇ ਨਾਲ ਅਸੀਂ ਟੱਕਰ ਦੇਖਦੇ ਹਾਂ, ਬੀਜੇਪੀ ਦੀ ਕਾਂਗਰਸ ਨਾਲ ਟੱਕਰ ਹੋਊਗੀ ਪੰਜਾਬ 'ਚ। ਅਕਾਲੀ ਦਲ ਨੂੰ ਆਪ ਨੂੰ ਤਾਂ ਕਹਿੰਦੇ ਮੰਨਦੇ ਨਹੀਂ। ਕੋਈ ਪੋਲੀਟੀਕਲ ਏਜੰਡਾ ਨਹੀਂ ਹੈਗਾ, ਪਰ ਮੈਂ ਇਹ ਜ਼ਰੂਰ ਚਾਹੁੰਦਾ ਹਾਂ ਕਿ ਇਹ ਜੇ ਭ੍ਰਸ਼ਟ ਆਦਮੀ ਜਿਸ ਜਗ੍ਹਾ ਜਾਣਗੇ ਬੇੜਾ ਕਰ ਕਰਨਗੇ। ਜਿਵੇਂ ਜਿਹੜੀ ਕਾਂਜੀ ਹੈ ਨਾ, ਉਹਦੀ ਇੱਕ ਬੂੰਦ 'ਚ ਦੁੱਧ 'ਚ ਪਾ ਦਿਓ ਤਾਂ ਫਟ ਜਾਂਦੀ ਹੈ। ਬੀਜੇਪੀ ਨੂੰ ਜਿਸ ਨੇ ਆਪਣੇ 'ਚ ਲਿਆ ਹੈ, ਤਾਂ ਇਸ ਦੇ ਉੱਤੇ ਡੰਡਾ ਰੱਖ ਕੇ, ਇਹਦੀਆਂ ਲਗਾਮਾਂ ਕੱਸ ਕੇ, ਇਹਨੂੰ ਹਮੇਸ਼ਾ ਜਿਹੜੇ ਇਹਦੇ ਕੁਕਰਮ ਕੀਤੇ ਨੇ, ਜਿਨ੍ਹਾਂ ਪਿੱਛੇ ਇਸਨੇ ਅੰਦਰ ਹੋਣਾ, ਜੇਲ੍ਹ ਜਾਣਾ ਹੈ, ਉਹ ਸ਼ੀਸ਼ਾ ਨੂੰ ਹਮੇਸ਼ਾ ਦੱਸਦੇ ਰਹਿਣ ਤੇ ਬੀਜੇਪੀ ਬਚੀ ਰਹੇਗੀ। ਵਰਨਾ ਜੋ ਹਾਲ ਬਾਦਲ ਦਲ ਦਾ ਹੋਇਆ, ਉਹ ਹਾਲ ਪੰਜਾਬ ਵਿੱਚ ਜੰਮਣ ਤੋਂ ਪਹਿਲਾਂ ਬੀਜੇਪੀ ਦਾ ਨਾ ਹੋ ਜਾਏ। ਮੈਂ ਤਾਂ ਸਾਫ਼ ਗੱਲ ਕਰ ਰਿਹਾ ਹੈ। ਜਿਹੜੀ ਬੀਜੇਪੀ ਦੀ ਖਾਸ਼ ਹੈਗੀ ਪੰਜਾਬ ਦੇ ਵਿੱਚ ਚੰਗੀਆਂ ਸੀਟਾਂ ਲਾ ਕੇ, ਜੇ ਇਹ ਜਿਹੀਆਂ ਨੂੰ ਬਹੁਤ ਅੱਗੇ ਕਰੇਗੀ ਤੇ ਇਹ ਜਿਹੀਆਂ ਗੱਲਾਂ ਕਰੇਗਾ ਤਾਂ ਫਿਰ ਕੋਈ ਨਹੀਂ। ਮੈਨੂੰ ਲੱਗਦਾ ਕਿ ਮਨਜਿੰਦਰ ਸਿਰਸਾ ਨੂੰ ਬੀਜੇਪੀ ਇੱਕ ਸਿੱਖ ਚਿਹਰੇ ਦੇ ਤੌਰ ਤੇ ਅੱਗੇ ਲੈ ਕੇ ਜਾਏਗੀ। ਮੈਂ ਕਰਾਂ ਜੀ, ਆਪਣੇ ਬੇੜੀਆਂ ਵੱਟੇ ਪਾਣੇ ਨੇ, ਡੁੱਬੜੇ ਨੇ ਬੇੜੀ, ਇਹਨੂੰ ਸਿੱਖ ਚਿਹਰਾ ਦੱਸ ਕੇ ਲੈ ਜਾਣ। ਬਾਕੀ ਉਹ ਐਡੇ ਬੇਵਕੂਫ ਨਹੀਂ ਹੈਗੇ। ਘਾਟ ਦਾ ਉਹਨਾਂ ਨੇ ਪਾਣੀ ਪੀਤਾ ਹੈ। ਬੜੇ ਆਲਾ ਦਿਮਾਗ ਦੇ ਪੋਲੀਟੀਸ਼ੀਅਨ ਬੈਠੇ ਹੋਏ ਹਨ। ਇਹ ਤੇ ਬਾਦਲਾਂ ਨੇ ਤੋੜਿਆ ਅਨਿਲ ਜੋਸ਼ੀ ਨੂੰ, ਇਹਨਾਂ ਨੇ ਕਿਹਾ ਅਨਿਲ ਜੋਸ਼ੀ ਦੇ ਮੁਕਾਬਲੇ ਅਸੀਂ ਨੂੰ ਤੋੜ ਕੇ ਬਾਦਲਾਂ ਦੀ ਹੱਟੀ ਕਰੀਏ।
ਤੇ ਉਹਨੂੰ ਕਿਹਾ ਵੀ ਚੱਲ ਬਈ ਅਸੀਂ ਤੈਨੂੰ ਗ੍ਰਿਫਤਾਰ ਨਹੀਂ ਕਰਦੇ। ਇਹਨਾਂ ਨਹੀਂ ਗ੍ਰਿਫਤਾਰ ਕਰਨਾ ਸੀ, ਕਾਨੂੰਨ ਨੇ ਗ੍ਰਿਫਤਾਰ ਕਰਨਾ ਸੀ ਇਹਨੂੰ। ਅਦਾਲਤਾਂ ਨੇ ਆਰਡਰ ਦੇਣੇ ਸਨ, ਇਨਫੋਰਸਮੈਂਟ ਡਿਪਾਰਟਮੈਂਟ ਨੇ ਆਰਡਰ ਦੇਣੇ ਸਨ। ਚਲੋ ਵੱਡੇ ਅਫਸਰ ਸਰਕਾਰ ਦਾ ਕਹਿਣਾ ਮੰਨ ਲੈਣਗੇ, ਨਹੀਂ ਕਰਨਗੇ ਹਾਲੇ। ਪਰ ਮੇਰੀ ਅਕਲ ਮੁਜਬ ਅਨਿਲ ਜੋਸ਼ੀ ਦਾ ਬਦਲਾ ਇਹਨੂੰ ਆਪਣੇ ਸ਼ਾਮਲ ਕਰਕੇ ਉਹਨਾਂ ਨੇ ਲਿਆ। ਇਸ ਤੇ ਉਹ ਭਰੋਸਾ ਨਹੀਂ ਕਰਦੇ। ਬੀਜੇਪੀ ਭਰੋਸਾ ਨਹੀਂ ਕਰੂਗੀ ਸਿਰ? ਬਿਲਕੁਲ ਨਹੀਂ ਕਰਦੇ, ਨਾ ਕਰਦੀ ਹੈ ਨਾ ਕਰੇਗੀ। ਉਹ ਤਾਂ ਕਹਿੰਦੇ 15 ਕੁ ਦਿਨ ਦੇਖੋ। ਕਹਿੰਦੇ ਮੈਂ ਪੁੱਛਿਆ ਕਿ ਕੋਈ ਹੋਰ ਵੱਡੇ ਵੱਡੇ ਲੀਡਰ ਵੀ ਆ ਰਹੇ, ਕਹਿੰਦੇ ਵੱਡੇ ਨਹੀਂ, ਬਹੁਤ ਵੱਡਾ ਪੰਜਾਬ ਦਾ ਲੀਡਰ ਬੀਜੇਪੀ ਜੁਆਇਨ ਕਰ ਰਿਹਾ। ਮੈਂ ਕਹਿੰਦਾ ਜੀ ਦੇਖੋ ਗੱਲ ਸੁਣੋ, ਕਰ ਸਕਦੇ ਨੇ, ਇਹਦੀ ਕੀ ਦੇਣਦਾਰੀ ਹੋਏਗੀ। ਸ਼ੁਰੂਆਤ ਕਰਤੀ ਕਹਿੰਦੇ ਮਨਜਿੰਦਰ ਸਰਸਾ ਵੱਡਾ ਚਿਹਰਾ ਲੈ ਕੇ ਆਏ ਦਿੱਲੀ ਦਾ, ਉਸ ਤੋਂ ਬਾਅਦ ਫਿਰ ਸਰਬਜੀਤ ਮੱਕੜ ਹੁਣੀ ਆ ਗਏ, ਸਾਬਕਾ ਡੀਜੀਪੀ ਵਿਰਕ ਹੁਣੀ ਆ ਗਏ। ਪਹਿਲੇ ਦੀ ਤਿਆਰੀ ਕਰਕੇ ਬੈਠਾ ਹੋਇਆ ਸੀ। ਪਹਿਲੇ ਉਹ ਬਾਦਲਾਂ ਦੀ ਟਿਕਟ ਮੰਗਦਾ ਸੀ, ਫਿਰ ਉਹ ਆਪ ਦੀ ਮੰਗਦਾ ਸੀ, ਤੇ ਫਿਰ ਉਸਨੇ ਆਪ ਦੀ ਨੇ ਮਿਲੀ ਨਹੀਂ ਮਿਲੀ ਮੈਨੂੰ ਨਹੀਂ ਪਤਾ। ਉਹਨੇ ਕਿਹਾ ਚਲੋ ਕੈਪਟਨ ਅਮਰਿੰਦਰ ਸਿੰਘ ਜਾ ਰਿਹਾ ਤੇ ਮੈਂ ਵੀ ਨਾਲ ਚਲਾ ਜਾਵਾਂ। ਉਹਦੇ ਚ ਕੀ ਹੈ, ਇਹਦੀ ਕੀ ਦੇਣਾ ਹੈ। ਉਹਨਾਂ ਕੋਲ ਤੂੰ ਜੁਆਇਨ ਕਰਨ ਤੋਂ ਪਹਿਲੇ ਉਸਨੂੰ ਟੈਲੀਫੋਨ ਕੀਤੀ ਜਾਂ ਉਸਨੇ ਜੁਆਇਨ ਕਰਨ ਤੋਂ ਪਹਿਲੇ ਤੈਨੂੰ ਪੁੱਛਿਆ ਅੱਛਾ ਮੈਂ ਵੀ ਆ ਰਿਹਾ? ਕਿਉਂ ਕ੍ਰੈਡਿਟ ਲੈਂਦਾ ਮੁਫਤ ਦਾ? ਮਹਾ ਝੂਠਾ ਔਰ ਬੇਈਮਾਨ ਹੈਗਾ ਹੈ ਇਹ ਸਰੋਗਾ ਕਰਪਟ। ਅਕਾਲੀ ਦਲ ਚ ਨਾ ਕੋਈ ਜੰਮਿਆ ਤੇ ਨਾ ਜੰਮੇਗਾ। ਮੈਂ ਸਮਝਦਾ ਅਗਲਾ ਭਵਿੱਖ ਕੀ ਦੇਖਦੇ ਹੋ ਸਰਸਾ ਹੋਣਾ ਦਾ? ਕਿਦਾਂ ਮਨਜਿੰਦਰ ਸਰਸਾ ਹੋਣਾ ਪੋਲੀਟੀਕਲ ਇੱਕ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਦਾ ਕਰਤਾਰ ਹੋਵੇ। ਜਿਨ੍ਹਾਂ ਦਾ ਕਿਰਦਾਰ ਨਹੀਂ, ਕਰੈਕਟਰ ਨਹੀਂ, ਲੈਣੀ ਨਹੀਂ, ਦੇਣੀ ਨਹੀਂ, ਇਮਾਨਦਾਰੀ ਨਹੀਂ, ਦਿਆਨਦਾਰੀ ਨਹੀਂ, ਉਹਨਾਂ ਦਾ ਭਵਿੱਖ ਨਹੀਂ ਹੁੰਦਾ। ਇੱਕ ਪੰਜਾਬੀ ਦਾ ਹੋਣਾ ਜਤਰ ਆਏ ਤਤਰ ਗਸ਼ਤ ਹੈ, ਇਹ ਇਵੇਂ ਹੀ ਜਾਣ ਗਏ। ਹਾਂਜੀ ਡਿਫਾਈਨ ਕਰਦੇ ਹੋ। ਦੇਖੋ ਨਾ ਤਾਂ ਪੋਲੀਟੀਕਲੀ ਇਹਦੇ ਪੱਲੇ ਕੁਝ ਰਹਿਣਾ, ਨਾ ਜੋ ਜਾਇਦਾਦ ਵਗੈਰਾ ਬਣਾਈ ਹੋ ਇਹਦੇ ਪੱਲੇ ਰਹਿਣੀ ਹੈ। ਇਹ ਨਿਰੋਲ ਦਿੱਲੀ ਪੁਲਿਸ ਦੇ, ਇਕਨੋਮਿਕ ਸਾਇੰਸ ਵਿੰਗ ਦੇ, ਈਡੀ ਦੇ ਰਹਿਮੋ ਕਰਮ ਤੇ ਵੇ। ਅਕਾਲ ਪੁਰਖ ਦੀ ਰਹਿਮਤ ਹੈਗੀ, ਬਖਸ਼ਿਸ਼ ਹੈਗੀ। ਤੁਸੀਂ ਮੈਨੂੰ ਗੱਲ ਕਰਨੀ ਨਹੀਂ ਚਾਹੀਦੀ। 84 ਦੇ ਵਿੱਚ ਜਦ ਸੰਤ ਲੋਂਗੋਵਾਲ ਤੇ ਬਾਕੀ ਲੀਡਰਸ਼ਿਪ ਗ੍ਰਿਫਤਾਰ ਹੋ ਗਈ ਸੀ ਤੇ ਮੈਂ ਰਾਮ ਜੇਠਮਲਾਨੀ ਨੂੰ ਜਾਣਦਾ ਨਹੀਂ ਸੀ। ਰਾਮ ਜੇਠਮਲਾਨੀ ਨੇ ਕਿਹਾ चला गया मिलन, चलो गल मुकावा। वो कहना अगर तुम मिलना चाहते हो संत को तो तुम्हारे ऊपर एनडीए लग सकती है कि जड़ी सी उस गति तारा। मैं कहा देख मैं तैयार है। तो दोनों पर आ गए सी। मैं पाली ने कहा तू बैठ, मैं तैयार हूं। सिंह सर वो कहना तुम क्यों तैयार हो? मैं कहा इतिहास में ये ना कोई कहे कि गिरफ्तार होने के बाद एक भी सिख नहीं निकला जो संत को मिलने गया हो, अकाली दल के प्रधान को मिलने गया हो। जो इन्होंने कहा, कहता है 1 साल के लिए। मैं कहा कोई बात नहीं। ऐसी अकालीपुणा, ऐसी सिखपुणा एक ही है। असी ना जानते और मेरे तो बड़ा मेरे ते IB दे करे फलान किते, पर उदा है कि मैं अपने संपर्क बनाए। मैं आज कह सकता पता नहीं शादी लाल जेलर जिंदा है कि नहीं है। उन्हें कहा मेरे को बीजेपी की टिकट ले देना, मैं आपकी मुलाकात कराता रहूंगा चिट्ठियों से। अच्छा मैं कह करावांगे। उस वक्त सन 85 विच 84 एंड विच ਅਸੀਂ ਉਹਨੂੰ ਵਾਅਦਾ ਕੀਤਾ ਤੈਨੂੰ ਬੀਜੇਪੀ ਟਿਕਟ ਲੈ ਕੇ ਦੇਵਾਂਗੇ। ਤੁਹਾਡੇ ਬੀਜੇਪੀ ਚੰਗੇ ਸੰਪਰਕ ਸੀ? ਬਹੁਤ ਅੱਛੇ ਸਨ। ਅਸੀਂ ਫਿਰ ਬੀਜੇਪੀ ਦੀ ਟਿਕਟ ਲੈ ਕੇ ਦਿੱਤੀ। ਸੰਤਾਂ ਨੂੰ ਕਿਹਾ ਉਹਨੂੰ ਟੈਲੀਫੋਨ ਕਰੋ, ਟਿਕਟ ਲੈ ਕੇ ਦਿੱਤੀ। ਉਹ ਲੜਿਆ, ਉਹ MLA ਇੱਕ ਵਾਰ ਹਾਰਿਆ, ਇੱਕ ਵਾਰ MLA ਬਣਿਆ। ਕਿੱਥੋਂ ਇਲੈਕਸ਼ਨ ਲੜਿਆ ਉਹਨਾਂ ਨੇ? ਉਹ ਪਤਾ ਨਹੀਂ ਉਹਦੇ ਉੱਪਰ ਕਿੱਥੇ, ਹੁਣ ਮੈਨੂੰ ਇਤਨਾ ਧਿਆਨ ਨਹੀਂ ਹੈ। ਨਾ ਉਹਦਾ ਧਿਆਨ ਹੈ ਸ਼ਾਦੀ ਲਾਲ। ਚਲੋ ਜੀ ਸ਼ਾਦੀ ਲਾਲ ਸੁਣ ਰਿਹਾ ਹੋਵੇ ਤਾਂ ਸੰਪਰਕ ਕਰੇ। ਸੰਪਰਕ ਹੋਇਆ ਬਾਅਦ ਚ ਸ਼ਾਦੀ ਲਾਲ ਨਾਲ? ਸਿੱਖ ਜਿਹੜਾ ਹੈਗਾ ਮੁਨਕਰ ਨਹੀਂ ਹੋ ਸਕਦਾ। ਹੁਣ ਤੇ ਕੀ ਉਹ ਰਿਟਾਇਰ ਹੋ ਗਿਆ ਹੋਣਾ, ਪਰ ਉਹਦਾ ਨਾਂ ਕੀ, ਮੇਰੀਆਂ ਦੀਆਂ ਮੀਟਿੰਗਾਂ ਜੈਪੁਰ ਦੀ ਇੱਕ ਬਹੁਤ ਵੱਡੀ ਹਲਵਾਈ ਦੀ ਦੁਕਾਨ ਹੈ, ਉੱਥੇ ਹੁੰਦੀਆਂ ਸਨ। 3 ਵਾਰ ਮੈਂ ਮਿਲਿਆ। ਸਰਕਾਰ ਚਾਹੁੰਦੀ ਸੀ ਟੋੜੇ ਨੂੰ ਲਾ ਕੇ ਬੰਨੇ ਮਾਰੀਏ। ਫਿਰ ਸੰਤਾਂ ਕੋਲ ਅਸੀਂ ਚਿੱਠੀ ਮੰਗਾਈ। ਸੰਤਾਂ ਨੇ ਚਿੱਠੀ ਦਿੱਤੀ ਬਈ ਮੈਦਾਨ ਹੈ ਜੰਗ ਵਿੱਚ ਘੋੜੇ ਨਹੀਂ ਬਦਲੇ ਜਾਂਦੇ, ਇਸ ਵਜ੍ਹਾ ਸਾਡਾ ਉਮੀਦਵਾਰ ਸ਼੍ਰੋਮਣੀ ਕਮੇਟੀ ਦਾ ਤੋੜਾ ਹੈ। ਚਿੱਠੀ ਲੈ ਗਏ ਤੇ ਪਾਰਟੀ ਸਾਰਿਆਂ ਨੇ ਕਿਹਾ ਠੀਕ ਹੈ ਜੀ। ਸਾਡੇ ਤਾਂ ਇਹ ਲੁਧਿਆਣੇ ਹੁੰਦੇ ਸਨ, ਉਹ ਜਿਹੜਾ ਬਾਦਲ ਪੱਖੀ ਲੀਡਰ ਸੀ ਕਹਿਣ ਲੱਗਾ
ਗੁਜਰ ਖਾਨੀ ਸਾਹਿਬ ਤੇਰੇ ਭਤੀਜੇ ਨੇ ਸਾਡੇ ਅੱਜ ਗਿੱਟੇ ਤੋੜੇ ਨੇ, ਨਾ ਚਿੱਠੀ ਆਂਦੀ ਤੇ ਅਸੀਂ ਟੋੜੇ ਨੂੰ ਲਾ ਦੇਣਾ ਸੀ। ਪੁੱਛ ਲੈਣਾ ਸਰਦਾਰ ਰਵਿੰਦਰ ਸਿੰਘ ਨੂੰ, ਇਹ ਗੱਲ ਹੋਈ ਸੀ ਕਿ ਨਹੀਂ ਸੀ ਹੋਈ? ਉਹ ਸਰਕਟ ਵਿੱਚ ਬੈਠੇ ਹੋਏ ਤੋੜਾ ਸਾਨੂੰ ਲਾਉਣ ਦੀ ਤਿਆਰੀ ਹੋਈ ਸਨ ਕਿ ਨਹੀਂ ਸਨ? ਇਹ ਹੈ ਨਿਰਭਉ ਨਿਰਵੈਰ। ਇਹ ਥੋੜੀ ਹੈ ਸ਼ੀਸ਼ਾ ਦੱਸਿਆ ਤੇ ਨੱਸ ਗਏ। ਇਹ ਕੁਕਰਮੀ ਬੰਦੇ ਇਵੇਂ ਹੀ ਕਰਦੇ ਨੇ। ਇੱਕ ਗੱਲ ਸੁਣ ਲਓ, ਧਰਮੀ ਬੰਦਾ ਨਹੀਂ ਕਰਦਾ। ਤੂੰ ਅਕਾਲੀ ਦਲ ਦੀ ਇਤਨੀ ਮਹਾਨ ਕੁਰਬਾਨੀ, ਸ਼ਹੀਦਾਂ ਦੀ ਜਥੇਬੰਦੀ ਨੂੰ ਕਹਿਣ ਵਾਲਿਆਂ ਨੂੰ, ਬਾਦਲਾਂ ਦਾ ਮੈਂ ਨਹੀਂ ਕਹਿੰਦਾ ਚਲੋ ਇਹਨਾਂ ਦਾ ਹੋਵੇ, ਪਰ ਇਹਨਾਂ ਨੇ ਐਸੇ ਬੰਦੇ ਲਾਤੇ ਅੱਜ ਦਾਗ ਦਾਗ ਕਰਕੇ ਰੱਖ ਦਿੱਤਾ। ਸੁਖਬੀਰ ਨੂੰ ਚਾਹੀਦਾ ਹੈ ਮੇਰਾ ਸਿਪਾ ਸਲਾਰ ਛੱਡ ਕੇ ਚਲਾ ਗਿਆ ਹੈ, ਮੈਂ ਅੱਜ ਅਸਤੀਫਾ ਦੇ ਕੇ ਅੱਜ ਅਕਾਲੀ ਦਲ ਨੂੰ 5 ਮੈਂਬਰੀ ਕਮੇਟੀ ਚਲਾਏਗੀ। ਜਿਤਨੀ ਵੱਡੀ ਗਲਤੀ ਬੰਦੇ ਚੁਣਨ ਚ ਉਸਨੇ ਕੀਤੀ ਹੈ, ਅੱਜ ਉਹਦੇ ਇਖਤਲਾਫੀ ਅਬਲ ਤਾਂ ਅਸਤੀਫਾ ਦੇਵੇ। ਇਹ ਅਗਰ ਸੁਖਬੀਰ ਚਾਹੁੰਦਾ ਅਕਾਲੀ ਦਲ ਨੂੰ ਬਚਾਉਣ ਦੇ ਲਈ, ਇਹ ਅਸਤੀਫਾ ਦੇ ਦੇਵੇ। ਜਿਤਨੇ ਅਕਾਲੀ ਰੁਸ ਕੇ ਗਏ ਹੋਏ ਹਨ, ਭਾਵੇਂ ਡੈਮੋਕ੍ਰੈਟਿਕ ਭਾਵੇਂ ਸੁਖਤ, ਉਹਨਾਂ ਨੂੰ ਬੁਲਾ ਕੇ ਕਹੋ ਜੀ ਚੁਣ ਲਓ, ਪ੍ਰਧਾਨ ਜੀ ਨੂੰ ਚੁਣਨਾ ਨਹੀਂ ਜੀ। ਤਾਂ ਜਾ ਰਹੇ ਨੇ ਬੀਜੇਪੀ ਦੇ ਨਾਲ ਸੰਯੁਕਤ ਦੀ ਗੱਲ ਕੀਤੀ ਹੈ ਤੁਸੀਂ, ਅਕਾਲੀ ਦਲ ਸੰਯੁਕਤ, ਉਹ ਤਾਂ ਬੀਜੇਪੀ ਨਾਲ ਮੀਟਿੰਗਾਂ ਹੋ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਲਗਾਤਾਰ ਕਹਿੰਦੇ ਰਹੇ ਅਕਾਲੀ ਦਲ ਚ ਆ ਜਾਣਗੇ ਤਾਂ ਨਹੀਂ ਹੋਣਗੇ ਨਾ। ਅਕਾਲੀ ਦਲ ਨਾਲ ਬੀਜੇਪੀ ਨਾਲ ਮੀਟਿੰਗਾਂ ਹੋਈਆਂ ਤੇ ਬਾਦਲ ਨਾਲ ਨੇ ਕੀਤੀਆਂ ਨਾ। ਜਦ ਇੱਕ ਅਕਾਲੀ ਦਲ ਹੋਏਗਾ ਤੇ ਅਣਖ ਤੇ ਗੈਰਤ ਨਾਲ ਮੀਟਿੰਗਾਂ ਕਰਨਗੇ ਨਾ, ਅਣਖ ਤੇ ਗੈਰਤ ਨਾਲ ਸਮਝੌਤੇ ਕਰਨਗੇ ਨਾ। ਹੁਣ ਤੇ ਉਹਨਾਂ ਦੀ ਟਰਮ ਦੇ ਉੱਤੇ ਸਮਝੌਤੇ ਕਰਨਗੇ। ਤੁਹਾਡਾ ਕਦੇ ਸਮਝੌਤਾ ਹੋ ਸਕਦਾ ਮਨਜਿੰਦਰ ਸਿਰਸਾ ਨਾਲ ਕਿ ਨਹੀਂ? ਮੇਰਾ ਕਹਤਾ ਮੇਰਾ ਕੀ ਲੈਣੇ ਦੇਣਾ ਸੀ? ਲੜਾਈ ਮੁੱਕ ਸਕਦੀ ਹੈ ਕਿ ਨਹੀਂ? ਲੜਾਈ ਮੇਰੀ ਹੈ ਹੀ ਕੋਈ ਨਹੀਂ, ਸਾਡੀ ਕਾਹਦੀ ਲੜਾਈ ਹੈ? ਸਭ ਦੀ ਤੀਰ ਜਿਹੜੇ ਇੱਕ ਦੂਜੇ ਦੇ ਚੱਲਦੇ ਰੁਕਣਗੇ ਕਦੇ? ਤੇ ਦੇਖੋ ਜੀ, ਨਾ ਇਸਨੇ ਪੰਥ ਦਾ ਹੋਣਾ ਤੇ ਪੰਥ ਵਿਰੋਧੀਆਂ ਦਾ ਸਾਡਾ ਨਾਲ ਸਮਝੌਤਾ ਹੋ ਨਹੀਂ ਸਕਦਾ। ਜਿਹੜੇ ਸਿੱਖ ਕੌਮ ਦੇ ਵਿਰੋਧੀ ਨੇ, ਗੁਰੂ ਦਾ ਧਾਨ ਖਾਣ ਵਾਲੇ ਨੇ, ਗੁਰਦੁਆਰਿਆਂ ਦੇ ਇੰਸਟੀਟਿਊਸ਼ਨ ਨੂੰ ਬਰਬਾਦ ਕਰਨ ਵਾਲੇ ਨੇ, ਫਨਾ ਕਰਨ ਵਾਲੇ ਨੇ, ਬਦਇੰਤਜ਼ਾਮੀ ਕਰਨ ਵਾਲੇ ਨਾਲ। ਜੇ ਮੰਨ ਲਓ ਬੀਜੇਪੀ ਨਾਲ ਤੁਹਾਡੇ ਟਰਮ ਬਹੁਤ ਚੰਗੇ ਹੈ, ਜੇ ਬੀਜੇਪੀ ਕਹਿੰਦੀ ਕਿ ਸਮਝੌਤਾ ਕਰ ਲਓ ਸਰਨਾ ਸਾਹਿਬ, ਜੇ ਬੀਜੇਪੀ ਕਹਿੰਦੀ ਕਿ ਸਮਝੌਤਾ ਕਰ ਲਓ ਸਰਨਾ ਸਾਹਿਬ ਸਿਰਸਾ ਨਾਲ, ਫਿਰ ਰਾਮ ਚਾਤਰਿਕ ਦੀ ਕਵਿਤਾ ਮੈਨੂੰ ਯਾਦ ਆ ਗਈ ਤੁਹਾਡੀ ਗੱਲ ਸੁਣ ਕੇ। ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਪਰ ਉਹ ਕੋਲਾ ਕੋਲਾ ਰਿਹਾ, ਚਿੱਟਾ ਨਹੀਂ ਹੋਇਆ। ਜਿਨ੍ਹਾਂ ਦੀ ਖਸਲਤ, ਜਿਨ੍ਹਾਂ ਦਾ ਜ਼ਮੀਰ ਸਰਸੇ ਵਰਗਾ ਹੈ, ਉਹਨੂੰ ਜਿੰਨਾ ਮਰਜ਼ੀ ਕੋਈ ਸਮਝਾ ਲਵੇ ਉਹ ਨਹੀਂ ਠੀਕ ਹੋ ਸਕਦਾ। ਕਦੇ ਸਮਝੌਤਾ ਨਹੀਂ ਹੋਊਗਾ? ਸਮਝੌਤਾ ਮੇਰਾ ਹੋਏਗਾ ਜਿਹੜੇ ਪੰਥ ਦੇ ਹੋਣਗੇ, ਜਿਹੜੇ ਪੰਥ ਲਈ ਕੁਰਬਾਨੀ ਦੇਣ ਵਾਲੇ ਹੋਣਗੇ, ਪੰਥ ਨੂੰ ਉੱਤੇ ਲੈ ਜਾਣ ਵਾਲੇ ਹੋਣਗੇ, ਉਹਨਾਂ ਨਾਲ ਸਮਝੌਤਾ ਨਹੀਂ ਹੋ ਸਕਦਾ। ਜਿਨ੍ਹਾਂ ਨੇ ਪੰਥ ਦੇ ਬੇੜੀਆਂ